ਤੀਜਾ। ਤੀਸਰੇ ਪਾਤਸ਼ਾਹ ਮਹਾਰਾਜ ਜੀ ਹੋਰ ਕਿਰਪਾ ਕਰਕੇ ਫਰਮਾਉਂਦੇ ਹਨ। ਚਾਹ ਜੁਗੀ ਕਾਲ ਕਾਲੀ ਕਾਂਡੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਚਾਹੋ ਜੁਗੀ, 4 ਯੁੱਗ ਮੰਨੇ ਹੋਏ ਸਾਧ ਸੰਗਤ। ਸਤਿਯੁਗ ਮੰਨਿਆ ਹੈ, ਫਿਰ ਤ੍ਰੇਤਾ, ਦੁਆਪਰ ਔਰ ਕਲਯੁਗ। ਇਹਨਾਂ 4 ਯੁੱਗਾਂ ਦੇ ਬਾਬਤ ਵੱਖਰੀ ਵੱਖਰੀ ਵਿਚਾਰ ਵੀ ਦਿੱਤੀ ਗਈ ਹੈ। ਯੁੱਗ ਨਾ ਹੁੰਦਾ ਸਮੇਂ ਦਾ। ਵੈਸੇ ਯੁੱਗ ਦੇ ਅਰਥ ਕਈ ਨੇ, ਯੁੱਗ ਦੇ ਅਰਥ 2 ਵੀ ਹੁੰਦੇ ਹੈ। ਯੁੱਗ ਦਾ ਅਰਥ ਜੁੜਨਾ ਵੀ ਹੁੰਦਾ ਹੈ, ਯੁੱਗ ਦਾ ਅਰਥ ਸਮਾਂ ਵੀ ਹੁੰਦਾ ਹੈ। ਅਤੇ ਯੁੱਗ ਜਿਹੜੇ ਆ 4 ਮੰਨੇ ਹੋਏ ਨੇ, ਇਹਨਾਂ ਦੀ ਗਿਣਤੀ ਵਿੱਚ ਵੀ ਆ ਜਾਂਦਾ ਹੈ। ਯੁੱਗ ਦਾ ਅਰਥ ਸੰਗਤ ਜੀ ਯੋਗਾ ਵੀ ਵਰਤਿਆ ਜਾਂਦਾ ਹੈ। ਬੇਅੰਤ ਪਦਾਂ ਦੇ ਅਰਥਾਂ ਵਿੱਚ ਇਹ ਸ਼ਬਦ ਵਰਤਿਆ ਜਾਂਦਾ। ਜਿਵੇਂ ਇੱਕ ਕੋਈ ਹੁੰਦੀ ਹੈ ਨਾ ਦਵਾਈ, ਉਹ ਕਈਆਂ ਰੋਗਾਂ ਦੇ ਵਿੱਚ ਵਰਤੀ ਜਾਂਦੀ ਹੈ। ਇੱਦਾਂ ਹੀ ਜਿਹੜੇ ਕੁਝ ਸ਼ਬਦ ਹੁੰਦੇ ਆ ਕਈਆਂ ਅਰਥਾਂ ਵਿੱਚ ਵਰਤੇ ਜਾਂਦੇ ਨੇ। ਯਥਾ ਪ੍ਰਕਰਨ ਤਥਾ ਅਰਥ ਹੁੰਦਾ। ਤੋ ਇੱਥੇ ਚਾਹੋ ਜੁਗੀ, 4 ਯੁੱਗਾਂ ਦੀ ਗੱਲ ਕੀਤੀ ਹੈ ਮਹਾਰਾਜ ਨੇ। 4 ਯੁੱਗਾਂ ਤੋਂ ਭਾਵ ਹੈ ਸਤਿਯੁਗ, ਤ੍ਰੇਤਾ, ਦੁਆਪਰ ਔਰ ਕਲਯੁਗ। ਕਈ ਗ੍ਰੰਥਾਂ ਅੰਦਰ ਇਹਨਾਂ ਦੀ ਵੱਖਰੀ ਵੱਖਰੀ ਪਰਿਭਾਸ਼ਾ ਸਮਝਾਈ ਗਈ ਹੈ। ਸਤਿਯੁਗ ਜਿਸ ਦੀ ਉਮਰ ਸੰਗਤ ਜੀ 17 ਲੱਖ ਤੇ 28 ਹਜ਼ਾਰ ਸਾਲ ਮੰਨੀ ਹੈ ਵੀ ਇੰਨੀ ਉਮਰ ਸੀ ਇਹ ਯੁੱਗ ਦੀ। ਉਦੋਂ ਬਾਅਦ ਤ੍ਰੇਤਾ ਯੁੱਗ ਹੈ, 12 ਲੱਖ ਤੇ 96 ਹਜ਼ਾਰ ਸਾਲ ਇਹਦੀ ਉਮਰ ਮੰਨੀ। ਅੱਗੇ ਆਇਆ ਦੁਆਪਰ ਤੇ ਉਹਦੀ 8 ਲੱਖ ਤੇ 64 ਹਜ਼ਾਰ ਸਾਲ ਉਮਰ ਮੰਨੀ। ਫਿਰ ਹੈ ਕਲਯੁੱਗ ਤੇ ਇਹਦੀ ਉਮਰ 4 ਲੱਖ ਤੇ 32 ਹਜ਼ਾਰ ਸਾਲ ਮੰਨੀ ਹੋਈ ਹੈ। ਵੀ ਇੰਨੀ ਕੁ ਉਮਰ ਦਾ ਹੈ ਇਹ ਯੁੱਗ। ਤੋ ਹੁਣ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ, ਉਦੋਂ 5000 ਸਾਲ ਕਹਿੰਦੇ ਕਲਯੁੱਗ ਉਮਰ ਭੋਗ ਚੁੱਕਾ ਸੀ। 500 ਉੱਤੇ ਹੋ ਗਿਆ, 5500 ਹੋ ਗਿਆ। ਅਜੇ 5000 ਸਾਲ ਲੰਘਿਆ ਹੈ ਔਰ 4 ਲੱਖ ਤੇ 32 ਹਜ਼ਾਰ ਵਰੇ ਇਹਦੀ ਉਮਰ ਦੀ ਹੱਦ ਮੰਨੀ ਹੋਈ ਹੈ। ਅਧਿਆਤਮ ਪ੍ਰਕਾਸ਼ ਗ੍ਰੰਥ ਦੇ ਵਿੱਚ ਪੰਡਤ ਸੁੱਖਾ ਸਿੰਘ ਜੀ ਇਹ ਲਿਖਦੇ ਹਨ। ਤੋ ਇੱਥੇ ਮਹਾਰਾਜ ਜੀ ਗੱਲ ਕਰਦੇ ਹੈ ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਮਹਾਰਾਜ ਕਹਿੰਦੇ 4 ਯੁੱਗਾਂ ਦੇ ਵਿੱਚੋਂ ਜੋ ਕਾਲੀ ਕਾਂਡੀ ਕਲਯੁੱਗ ਦੀ ਕਿਰਿਆ ਹੈ, ਇਹ ਕਾਲੀ ਕਾਂਡੀ, ਕਾਲੀ ਨਾਉ ਹੈ ਪਾਪਾਂ ਵਾਲੀ। ਇਹ ਪਾਪਾਂ ਵਾਲੀ ਕਾਂਡੀ ਦਾ ਅਰਥ ਕਹੀ ਦੀ ਹੈ। 4 ਯੁੱਗਾਂ ਵਿੱਚੋਂ ਜੋ ਕਲਯੁੱਗ ਹੈ ਇਹਦੀ ਕਿਰਿਆ ਪਾਪਾਂ ਵਾਲੀ ਕਹੀ ਦੀ ਹੈ। ਇੱਕ ਉੱਤਮ ਪਦਵੀ ਇਸ ਜੁਗ ਮਾਹੇ। ਪਰ ਫਿਰ ਵੀ ਮਹਾਰਾਜ ਜੀ ਦੱਸਦੇ ਕਿ ਸਿੱਖੋ, ਚਾਹੇ ਕਲਯੁੱਗ ਨੂੰ ਬਾਕੀ ਯੁੱਗਾਂ ਦੇ ਨਾਲੋਂ ਬੜਾ ਮਾੜਾ ਮੰਨਿਆ ਗਿਆ ਹੈ, ਪਰ ਫਿਰ ਵੀ ਇੱਕ ਉੱਤਮ ਪਦਵੀ, ਇੱਕ ਬੜੀ ਵੱਡੀ ਉੱਤਮ ਪਦਵੀ ਤੋਂ ਭਾਵ ਰੁਤਬਾ, ਉੱਚਾ ਦਰਜਾ ਇਸ ਯੁੱਗ ਦੇ ਵਿੱਚ ਪ੍ਰਾਪਤ ਹੁੰਦਾ ਹੈ। ਕਿਹੜਾ ਉੱਚਾ ਦਰਜਾ ਪ੍ਰਾਪਤ ਹੁੰਦਾ ਹੈ? ਗੁਰਮੁਖ ਹਰ ਕੀਰਤ ਫਲ ਪਾਈਐ। ਕਿਉਂਕਿ ਇਸ ਕਲਯੁੱਗ ਦੇ ਅੰਦਰ ਗੁਰੂ ਦੁਆਰਾ ਪਰਮਾਤਮਾ ਦੀ ਕੀਰਤਨ ਭਗਤੀ ਰੂਪੀ ਫਲ ਨੂੰ ਬੜੀ ਛੇਤੀ ਪਾ ਲਈਦਾ ਹੈ। ਔਰ ਇਸ ਯੁੱਗ ਦੇ ਵਿੱਚ ਇਹ ਵੀ ਸੰਗਤ ਦੀ ਲਾਭ ਮਹਾਰਾਜ ਨੇ ਦੱਸਿਆ। ਮਹਾਰਾਜ ਕਹਿੰਦੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਕਹਿੰਦੇ ਹੈ ਕਿ ਸਤਿਯੁੱਗ ਦੇ ਵਿੱਚ ਜਦੋਂ ਕੋਈ ਬੰਦਾ ਪਾਪ ਕਰਦਾ ਸੀ, ਗੁਨਾਹ ਕਰਦਾ ਸੀ, ਤਾਂ ਉਹਦਾ ਹਰਜਾਨਾ ਸਾਰੇ ਦੇਸ਼ ਨੂੰ ਭਰਨਾ ਪੈਂਦਾ ਸੀ। ਤ੍ਰੇਤਾ ਯੁੱਗ ਆਇਆ, ਤ੍ਰੇਤੇ ਯੁੱਗ ਵਿੱਚ ਜੇਕਰ ਕੋਈ ਇੱਕ ਬੰਦਾ ਗੁਨਾਹ ਕਰਦਾ ਤੇ ਤ੍ਰੇਤਾ ਨਗਰੀ ਪੀੜੀ ਹੈ, ਉਹ ਸਾਰੀ ਨਗਰੀ ਹੀ ਤਬਾਹ ਕਰ ਦਿੱਤੀ ਜਾਂਦੀ ਸੀ। ਜਿਵੇਂ ਲੰਕਾ, ਰਾਮਚੰਦਰ ਜੀ ਗਏ ਲੰਕਾ ਨੇ ਗੁਨਾਹ, ਰਾਵਣ ਨੇ ਗੁਨਾਹ ਕੀਤਾ ਸੀ ਪਰ ਸਾਰੀ ਲੰਕਾ ਹੀ ਤਬਾਹ ਕਰ ਦਿੱਤੀ ਗਈ ਸੀ ਕਹਿੰਦੇ। ਤੇ ਦੁਆਪਰ ਵੰਸ਼ ਕੁਵੰਸ਼ ਹੋਏ। ਜਦੋਂ ਦੁਆਪਰ ਦਾ ਯੁੱਗ ਆਇਆ ਤਾਂ ਜਿਹੜਾ ਬੰਦਾ ਕੋਈ ਸੰਗਤ ਜੀ ਗੁਨਾਹ ਕਰਦਾ ਸੀ, ਉਹਦੀ ਸਾਰੀ ਦੀ ਸਾਰੀ ਵੰਸ਼ ਮਾਰ ਦਿੱਤੀ ਜਾਂਦੀ ਸੀ। ਜਿਵੇਂ ਕੈਰੋ ਸੀ ਤੇ ਉਹਨਾਂ ਨੇ ਗੁਨਾਹ ਕੀਤਾ, ਸਾਰੇ ਹੀ ਮਾਰੇ ਗਏ, 100 ਦੇ 100 ਭਰਾ ਸੀ। ਫਿਰ ਕ੍ਰੀਚਕ ਸੀ ਤੇ ਦ੍ਰੋਪਦੀ ਦੀ ਇੱਜ਼ਤ ਨੂੰ ਹੱਥ ਪਾਉਣ ਲੱਗੇ ਸੀ। 100 ਭਰਾ ਉਹ ਮੰਨੇ ਹੋਏ ਸੀ ਕ੍ਰੀਚਕ ਹੋਣੇ, 100 ਦੇ 100 ਉਹ ਭੀਮਸੈਨ ਨੇ ਮਾਰ ਦਿੱਤੇ ਸਨ। ਫਿਰ ਕ੍ਰਿਸ਼ਨ ਭਗਵਾਨ ਜੀ ਸਨ, ਇਹਨਾਂ ਦੇ ਅੱਗੇ ਅੰਸ਼ ਵੰਸ਼ ਜੋ ਹੋਈ ਸੀ, ਪੁੱਤਰ ਸੀ ਇਹਨਾਂ ਦੇ ਪੁੱਤਰੇ ਜਦੋਵੰਸ਼ੀ ਜਿਹਨਾਂ ਨੂੰ ਕਿਹਾ ਜਾਂਦਾ ਸੀ। ਇਹਨਾਂ ਨੇ ਇੱਕ ਨੇ ਗੁਨਾਹ ਕੀਤਾ ਸੀ ਦੁਰਵਾਸਾ ਰੇਖੀ ਦੇ ਨਾਲ,
ਤਾਂ ਇਹਦਾ ਹਰਜਾਨਾ ਸਾਰੀ ਵੰਸ਼ ਨੂੰ ਭਰਨਾ ਪਿਆ। ਕ੍ਰਿਸ਼ਨ ਜੀ ਦੀ ਸਾਰੀ ਵੰਸ਼ ਹੀ ਆਪਸ ਵਿੱਚ ਹੀ ਲੜ ਲੜ ਕੇ ਮਰ ਗਈ ਸੀ। ਇਹ ਮਹਾਭਾਰਤ ਵਿੱਚ ਸਾਰਾ ਇਹਨਾਂ ਦਾ ਇਤਿਹਾਸ ਲਿਖਿਆ ਹੋਇਆ। ਤੋ ਇਹ ਦੁਆਪਰ ਯੁੱਗ ਦੇ ਵਿੱਚ ਜੇਕਣੇ ਗੁਨਾਹ ਕੀਤਾ ਤਾਂ ਉਹ ਸਾਰੀ ਉਹਦੀ ਵੰਸ਼ ਨੂੰ ਭੋਗਣਾ ਪੈਂਦਾ ਸੀ। ਅੱਜ ਵੀ ਇਹ ਕਿਤੇ ਕਿਤੇ ਹੈ ਸੰਗਤ ਜੀ, ਖਾਸ ਕਰਕੇ ਚਾਈਨਾ ਵਾਲੇ ਇਲਾਕੇ 'ਚ। ਜੇ ਕੋਈ ਇੱਕ ਬੰਦਾ ਪਾਪ ਕਰਦਾ ਨਾ, ਗੁਨਾਹ ਕਰਦਾ, ਤਾਂ ਉਹਦੇ ਸਾਰੇ ਪਰਿਵਾਰ ਨੂੰ ਹੀ ਜੇਲ੍ਹ 'ਚ ਦੇ ਦਿੰਦੇ ਨੇ। ਕਿਤੇ ਹੈ, ਬਾਕੀ ਨਹੀਂ ਕਿਤੇ, ਬਾਕੀ ਸਾਰੀ ਧਰਤੀ 'ਤੇ ਉਹ ਜਿਹੜਾ ਗੁਨਾਹ ਕਰਦਾ ਉਹਨੂੰ ਸਜ਼ਾ ਮਿਲਦੀ। ਉਹਨਾਂ ਦੇ ਆਪਣੇ ਸੰਗਤ ਜੀ ਨਿਯਮ ਬਣਾਏ ਹੋਏ ਚਾਈਨਾ ਵਾਲੇ, ਕਿਉਂਕਿ ਉਹ ਨਾਸਤਕਾਂ ਦਾ ਦੇਸ਼ ਹੈ ਨਾ। ਉੱਥੇ ਕੋਈ ਪਰਮੇਸ਼ਰ ਨੂੰ ਨਹੀਂ ਮੰਨਿਆ ਜਾਂਦਾ, ਰੱਬ ਦੀ ਭਾਵ ਭਗਤੀ ਨਹੀਂ ਮੰਨੀ ਜਾਂਦੀ ਹੈ, ਰਹੋ ਵਿਚਾਰ। ਤੋ ਇੱਧਰ ਜਿਹੜਾ ਕਲਯੁੱਗ ਹੈ, ਮਹਾਰਾਜ ਕਹਿੰਦੇ ਇਹਦੇ ਵਿੱਚ ਇਹ ਲਾਭ ਮਿਲਿਆ। ਸਤਯੁੱਗ ਵਿੱਚ ਸਾਰਾ ਦੇਸ਼ ਮਰਦਾ ਸੀ, ਤ੍ਰੇਤੇ ਵਿੱਚ ਨਗਰੀ ਸਾਰੀ ਮਾਰੀ ਜਾਂਦੀ ਸੀ, ਦੁਆਪਰ ਵਿੱਚ ਸਾਰੀ ਵੰਸ਼ ਦਾ ਨੁਕਸਾਨ ਹੁੰਦਾ ਸੀ, ਅਤੇ ਕਲਯੁੱਗ ਦੇ ਵਿੱਚ ਇਹ ਮਹਾਰਾਜ ਕਹਿੰਦੇ ਰਹਿਤ ਮਿਲ ਗਈ ਸਾਨੂੰ ਵੀ ਇਹ ਕਰ ਕਰੇ ਵੀ ਜਿਸ ਬੰਦੇ ਨੇ ਆਪਣੇ ਸੱਜੇ ਹੱਥ ਦੇ ਨਾਲ ਕੋਈ ਗੁਨਾਹ ਕੀਤਾ ਅਤੇ ਉਹ ਸੱਜੇ ਹੱਥ ਨੂੰ ਹੀ ਸਜ਼ਾ ਮਿਲੂਗੀ। ਮਤਾਂ ਜਾਣੋ ਕਿ ਉਸੇ ਬੰਦੇ ਦੇ ਖੱਬੇ ਹੱਥ ਨੂੰ ਸਜ਼ਾ ਮਿਲ ਜੂਗੀ। ਇਹ ਕਰ ਕਰੇ ਕਰਨੋਂ ਹੱਥ ਦਾ, ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਂ। ਕਿਸੇ ਦੀ ਥਾਂ 'ਤੇ ਕੋਈ ਹੋਰ ਨਹੀਂ ਪਕੜਿਆ ਜਾਵੇਗਾ। ਹਾਂ, ਇੱਥੇ ਝੂਠੀਆਂ ਅਦਾਲਤਾਂ ਵਿੱਚ ਫੜੇ ਜਾ ਸਕਦੇ ਹੈ, ਪਰ ਰੱਬ ਦੀ ਦਰਗਾਹ ਦੇ ਵਿੱਚ ਸੰਗਤ ਜੀ ਜਿਹਨੇ ਗੁਨਾਹ ਕੀਤਾ, ਮਹਾਰਾਜ ਕਹਿੰਦੇ ਹੈ ਉਹਨਾਂ ਨੂੰ ਹੀ ਸਜ਼ਾ ਮਿਲੇਗੀ। ਕਰਮੀ ਆਪੋ ਆਪਣੀ, ਕਿ ਨੇੜਾ ਕਿ ਦੂਰ, ਆਪਾਂ ਨਿੱਤ ਜਪਜੀ ਸਾਹਿਬ ਦੇ ਸ਼ਲੋਕ 'ਚ ਪੜ੍ਹਦੇ ਹਾਂ। ਤੋ ਸਤਿਗੁਰੂ ਜੀ ਕਹਿੰਦੇ ਠੀਕ ਹੈ, ਕਲਯੁੱਗ ਦੀ ਜਿਹੜੀ ਕਿਰਿਆ ਹੈ ਬੜੀ ਕਾਲੀ ਕਹੀਦੀ ਹੈ, ਇਹਨੂੰ ਬੜਾ ਗੁਨਾਹਗਾਰ ਮੰਨਿਆ ਜਾਂਦਾ ਹੈ, ਪਰੰਤੂ ਫਿਰ ਵੀ ਇਸ ਯੁੱਗ ਦੇ ਵਿੱਚ ਇੱਕ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ। ਕੀ ਪ੍ਰਾਪਤ ਹੁੰਦੀ ਹੈ? ਮਹਾਰਾਜ ਕਹਿੰਦੇ ਗੁਰਮੁਖ ਹਰ ਕੀਰਤ ਫਲ ਪਾਈਐ। ਇਹਦੇ ਵਿੱਚ ਗੁਰੂ ਦੀ ਸੰਗਤ, ਗੁਰੂ ਨਾਨਕ ਸਾਹਿਬ ਜੀ ਦਾ ਦਰ ਘਰ ਮਿਲ ਗਿਆ। ਇਹ ਬਾਕੀ ਯੁੱਗਾਂ 'ਚ ਨਹੀਂ ਮਿਲਿਆ। ਇਹਦੇ ਵਿੱਚ ਪਰਮਾਤਮਾ ਦੀ ਕੀਰਤੀ ਮਿਲ ਗਈ। ਸੌਖੀ ਭਾਸ਼ਾ ਵਿੱਚ ਗੁਰੂ ਨਾਨਕ ਸਾਹਿਬ ਨੇ ਆਪ ਜੋ ਗਾਇਨ ਕੀਤੀ ਹੈ ਬਾਣੀ, ਜੋ ਬਾਕੀ ਯੁੱਗਾਂ ਵਿੱਚ ਨਹੀਂ ਮਿਲੀ ਸੀ। ਤੋ ਇੱਦਾਂ ਉਹ ਮਹਾਰਾਜ ਕਹਿੰਦੇ ਨਾਮ ਰਤਨ ਲੈ ਗੁੱਜਾ ਰੱਖਿਆ। ਇਹ ਗੁੱਜਾ ਗੁਪਤ ਹੀ ਰਿਹਾ ਸੀ ਬਾਕੀ ਯੁੱਗਾਂ ਵਿੱਚ। ਇਹ ਕਲਯੁੱਗ ਵਿੱਚ ਸਾਡੇ ਚੰਗੇ ਭਾਗ ਰੱਬ ਨੇ ਬਣਾ ਦਿੱਤੇ ਹੈ, ਜੋ ਸਾਨੂੰ ਇਹ ਪ੍ਰਗਟ ਕਰਕੇ ਖਜ਼ਾਨਾ ਦਿੱਤਾ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ। ਤੋ ਮਹਾਰਾਜ ਕਹਿੰਦੇ ਭਾਈ ਗੁਰੂ ਦੁਆਰਾ ਪਰਮੇਸ਼ਰ ਦੀ ਕੀਰਤੀ ਭਗਤੀ ਇਹ ਦਰਜਾ ਪਾ ਲਈਦਾ ਹੈ। ਜਿਨ ਕੋ ਹਰਿ ਲਿਖ ਪਾਹੇ, ਪਰੰਤੂ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੇ ਲਿਖ ਕੇ ਪਾ ਦਿੱਤਾ ਮੱਥੇ ਉੱਤੇ। ਨਾਨਕ ਗੁਰ ਪ੍ਰਸਾਦੀ, ਅੰਦਨ ਭਗਤ ਹਰ ਉੱਚ ਰਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਥਨ ਕਰਦੇ, ਇਸੇ ਕਰਕੇ ਗੁਰੂ ਦੀ ਕਿਰਪਾ ਨੂੰ ਪਾ ਕੇ ਰੱਬ ਦੇ ਭਗਤ ਰਾਹ ਦਿਨ ਪਰਮਾਤਮਾ ਦੀ ਭਗਤੀ ਹੀ ਉਚਾਰਨ ਕਰਦੇ ਰਹਿੰਦੇ ਹਨ, ਭਗਤੀ ਹੀ ਕਰਦੇ ਰਹਿੰਦੇ ਹੈ। ਹਰ ਭਗਤੀ ਮਾਹੇ ਸਮਾਹੇ, ਭਗਤੀ ਕਰਦੇ ਕਰਦੇ ਪਰਮਾਤਮਾ ਦੀ ਭਗਤੀ ਦੇ ਵਿੱਚ ਹੀ ਸਮਾ ਜਾਂਦੇ, ਲੀਨ ਹੀ ਹੋ ਜਾਂਦੇ ਹਨ। ਪੌੜੀ ਹਰ ਹਰ ਮੇਲ, ਸਾਧ ਜਨ ਸੰਗਤ। ਪੌੜੀ ਵਿੱਚ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਫਰਮਾ ਰਹੇ ਨੇ। ਸਤਿਗੁਰੂ ਜੀ ਕਹਿੰਦੇ, ਹੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ, ਕਿਰਪਾ ਕਰੋ। ਅਸੀਂ ਵੀ ਚਾਹੁੰਦੇ ਹਾਂ ਸਾਡਾ ਵੀ ਜੀਵਨ ਐਸਾ ਉੱਚਾ ਸੁੱਚਾ ਹੋ ਜਾਵੇ, ਅਤੇ ਕਿਰਪਾ ਕਰੋ ਮਹਾਰਾਜ ਐਸੇ ਜਿਹੜੇ ਤੇਰੇ ਪਿਆਰੇ ਨੇ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਬੰਦਗੀ ਕੀਤੀ ਹੈ, ਉੱਤਮ ਪਦਵੀਆਂ ਪਾਈਆਂ ਨੇ ਗੁਰਮੁਖਾਂ ਵਾਲੀਆਂ, ਕਿਰਪਾ ਕਰੋ ਸਾਨੂੰ ਆਪਣੇ ਉਹਨਾਂ ਪਿਆਰਿਆਂ ਜਨਾਂ ਦੀ ਸੰਗਤ ਬਖਸ਼ਿਸ਼ ਕਰੋ। ਮੁਖ ਬੋਲੀ ਹਰ ਹਰ ਭਲੀ ਬਾਣ, ਜਿਹਦੇ ਕਰਕੇ ਇਹ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਤੇਰੀ ਭਲੀ ਬੜੀ ਚੰਗੀ ਜੋ ਬਾਣੀ ਹੈ ਨਾ ਸਤਨਾਮ ਰੂਪੀ, ਇਹ ਮੈਂ ਵੀ ਆਪਣੇ ਮੁਖ ਦੁਆਰਾ ਬੋਲ ਲਵਾਂ। ਹਰ ਗੁਣ ਗਾਵਾ ਹਰ ਨਿਤ ਚਵਾ, ਇਹ ਮੇਰੇ ਪਰਮਾਤਮਾ ਜੀ ਮੈਂ ਨਿਤ ਹੀ ਤੇਰੇ ਗੁਣਾਂ ਨੂੰ ਗਾਉਂਦਾ ਰਹਾਂ, ਨਿਤ ਹੀ ਤੇਰੇ ਨਾਮ ਨੂੰ ਚਵਾ ਉਚਾਰਦਾ ਰਹਾਂ। ਗੁਰਮਤੀ ਹਰ ਰੰਗ ਸਦਾ ਮਾਨ, ਅਤੇ ਗੁਰੂ ਦੀ ਮੱਤ ਦੁਆਰਾ ਹੀ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਮੈਂ ਸਦਾ ਹੀ ਤੇਰੇ ਰੰਗ ਨੂੰ ਆਨੰਦ ਨੂੰ ਮਾਣਦਾ ਰਹਾਂ। ਹਰ ਜਪ ਜਪ ਔਖਦ ਖਾਧਿਆ, ਇਹ ਭਾਈ ਜਿਨ੍ਹਾਂ ਨੇ ਵੀ ਪਰਮਾਤਮਾ ਦੇ ਨਾਮ ਨੂੰ ਜਪਣ ਰੂਪ ਔਖਦ ਨਾਮ ਦਵਾਈ ਦਾ,
ਨਾਮ ਨੂੰ ਜਪਨ ਰੂਪ ਹੀ ਨਾਮ ਦੀ ਦਵਾਈ ਨੂੰ ਖਾਧਾ ਹੈ। ਸਭ ਰੋਗ ਗਵਾਤੇ ਦੁੱਖਾ ਘਾਨ। ਤੇ ਉਹਨਾਂ ਨੇ ਸੰਗਤ ਜੀ ਦੁੱਖਾਂ ਕਾਣ ਸਾਰੇ ਜਿੰਨੇ ਵੀ ਦੁੱਖ ਸੀ, ਦੁੱਖਾਂ ਦਾ ਘਾਣ ਹੀ ਪਿਆ ਹੋਇਆ ਸੀ। ਤੇ ਮਹਾਰਾਜ ਕਹਿੰਦੇ ਉਹ ਸਾਰੇ ਦੇ ਸਾਰੇ ਦੁੱਖ ਉਹਨਾਂ ਨੇ ਗਵਾ ਲਏ, ਸਾਰੇ ਰੋਗ ਗਵਾ ਲਏ ਨੇ ਜਿਨ੍ਹਾਂ ਨੇ ਨਾਮ ਦੀ ਦਵਾਈ ਖਾਧੀ ਹੈ। ਪਰਮਾਤਮਾ ਦੇ ਨਾਮ ਦੇ ਵਿੱਚ ਸਾਧ ਸੰਗਤ ਜੀ ਐਸੀ ਬਰਕਤ ਹੈ। ਇਸ ਨਾਮ ਨੂੰ ਜਿਸ ਨੇ ਵੀ ਜਿਸ ਭਾਵਨਾ ਦੇ ਨਾਲ ਜਪਿਆ, ਪਰਮਾਤਮਾ ਦੇ ਨਾਮ ਨੇ ਉਸੇ ਤਰ੍ਹਾਂ ਹੀ ਉਹਦੇ ਅਸਰ ਕੀਤਾ ਹੈ। ਦਵਾਈ ਹੈ ਨਾ ਕੋਈ ਸਾਧ ਸੰਗਤ ਜੀ, ਖਾਧੀ ਜਾਵੇ ਅਸਰ ਤਾਂ ਕਰਦੀ ਹੋਈ ਹੈ ਨਾ। ਕੋਈ ਇਹੋ ਜਿਹੀਆਂ ਦਵਾਈਆਂ ਹੁੰਦੀਆਂ ਜਿਹੜੀਆਂ ਬੜੀਆਂ ਤੇਜ਼ ਹੁੰਦੀਆਂ ਨੇ, ਜਿੱਦਾਂ ਮਰਜ਼ੀ ਬੰਦਾ ਖਾਵੇ ਉਹ ਅਸਰ ਕਰਦੀ ਹੈ। ਜਿਵੇਂ ਮੰਨ ਲਓ ਸੰਗਤ ਜੀ ਜ਼ਹਿਰ ਹੈ, ਬੰਦਾ ਖਾ ਲਵੇ ਅਸਰ ਤਾਂ ਕਰਨਾ ਹੀ ਹੈ ਨਾ ਉਹਨੇ। ਇਸੇ ਤਰ੍ਹਾਂ ਜਿਵੇਂ ਸ਼ਹਿਦ ਹੈ, ਦੇਸੀ ਘਿਓ ਹੈ, ਔਲਾ ਹੈ, ਇਹਨਾਂ ਜੜੀਆਂ ਬੂਟੀਆਂ ਨੂੰ ਅੰਮ੍ਰਿਤ ਮੰਨਿਆ ਜਾਂਦਾ ਹੈ। ਇਹਨਾਂ ਚੀਜ਼ਾਂ ਨੂੰ ਤੇ ਆਪਣੀ ਉਦਾਹਰਣ ਹੈ ਨਾ, ਇੱਕ ਕਹਾਵਤ ਹੈ ਪੰਜਾਬ ਦੀ, ਅਕੇ ਸਿਆਣੇ ਦਾ ਆਖਿਆ ਤੇ ਔਲੇ ਦਾ ਖਾਧਾ ਬਾਅਦ ਵਿੱਚ ਪਤਾ ਚੱਲਦਾ ਹੈ। ਹੁਣ ਔਲਾ ਇੱਕ ਬੜੀ ਅੰਮ੍ਰਿਤਮਈ ਬੂਟੀ ਹੈ, ਔਰ ਸ਼ਹਿਦ ਵੀ ਅੰਮ੍ਰਿਤ ਮੰਨਿਆ ਹੈ, ਦੇਸੀ ਘਿਓ ਵੀ ਅੰਮ੍ਰਿਤ ਮੰਨਿਆ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸੰਗਤ ਜੀ ਜਦੋਂ ਬੰਦਾ ਆਪਣੀ ਜ਼ਿੰਦਗੀ ਵਿੱਚ ਵਰਤੀ ਜਾਵੇ ਇਹ ਅਸਰ ਤਾਂ ਦਿਖਾਉਂਦੀਆਂ ਹੈ ਨਾ ਆਪਣਾ। ਹਾਂ ਗੱਲ ਵੱਖਰੀ ਹੈ ਕਿ ਇਹਨਾਂ ਨੂੰ ਵਰਤਣ ਦਾ ਢੰਗ ਤਰੀਕਾ ਆਉਂਦਾ ਹੋਵੇ। ਇਹ ਨਹੀਂ ਕਿ ਇਹਨਾਂ ਨੂੰ ਬਿਨਾਂ ਹੀ ਮਾਤਰਾ ਤੋਂ ਖਾ ਲਵੇ। ਹੁਣ ਸ਼ਹਿਦ ਹੈ ਤੇ ਘਿਓ ਹੈ, ਜੇ ਇਹਨਾਂ ਦੋਨਾਂ ਚੀਜ਼ਾਂ ਨੂੰ ਬੰਦਾ ਸੰਗਤ ਦੀ ਸਮਾਨ ਮਾਤਰਾ 'ਚ ਖਾ ਲਵੇਗਾ ਇਹ ਜ਼ਹਿਰ ਬਣ ਜੂ। ਇਹ ਕਦਾਚਿਤ ਨਹੀਂ ਕਰਨਾ। ਦੱਸਦੇ ਨੇ ਸਿਆਣੇ, ਉਹ ਕਹਿੰਦੇ ਜੇਕਰ ਸ਼ਹਿਦ ਪਾਣੀ ਵਿੱਚ ਪਾ ਕੇ ਪੀਤਾ ਜਾਵੇ ਤਾਂ ਇੱਕ ਬੜੀ ਵਧੀਆ ਉਹ ਸਰੀਰ ਨੂੰ ਤਾਕਤ ਦੇਣ ਵਾਲੀ ਚੀਜ਼ ਹੈ। ਜੇਕਰ ਸ਼ਹਿਦ ਦੁੱਧ ਵਿੱਚ ਪਾ ਕੇ ਪੀਤਾ ਜਾਵੇ ਅੰਮ੍ਰਿਤ ਬਣ ਜਾਂਦਾ ਹੈ। ਜੇਕਰ ਸ਼ਹਿਦ ਦੇਸੀ ਘਿਓ ਵਿੱਚ ਮਿਲਾ ਕੇ ਖਾਧਾ ਜਾਵੇ ਤਾਂ ਜ਼ਹਿਰ ਬਣ ਜਾਂਦਾ ਹੈ। ਇਸ ਕਰਕੇ ਕਦੀ ਵੀ ਇਹੋ ਜਿਹਾ ਸੰਗਤ ਜੀ ਕੰਮ ਕਰਨਾ ਕਿ ਇਹਨਾਂ ਚੀਜ਼ਾਂ ਨੂੰ ਬੰਦਾ ਐਵੇਂ ਖਾ ਲਵੇ। ਤੋ ਇਹਨਾਂ ਦਾ ਤਰੀਕਾ ਹੈ, ਵੈਦ ਦੱਸਦੇ ਹੈ ਕਿ ਇਹਨਾਂ ਦਾ ਸੰਗਤ ਜੀ ਆਪਸ ਵਿੱਚ 3 ਗੁਣਾਂ ਦੀ ਰੇਸ਼ੋ ਕਰਦੇ ਨੇ। ਕਈ ਦਵਾਈਆਂ 'ਚ ਪਾਉਂਦੇ ਨੇ ਸ਼ਹਿਦ ਔਰ ਦੇਸੀ ਘਿਓ ਇਕੱਠਾ ਹੀ ਪੈਂਦਾ ਹੈ, ਪਰੰਤੂ ਜੇਕਰ ਸ਼ਹਿਦ ਕਿਲੋ ਹੈ ਤਾਂ ਦੇਸੀ ਘਿਓ 3 ਕਿਲੋ ਪਾ ਲੈਣਾ, ਜਾਂ ਸ਼ਹਿਦ ਦੇਸੀ ਘਿਓ ਕਿਲੋ ਸ਼ਹਿਦ 3 ਕਿਲੋ ਪਾ ਲੈਣਾ। ਇਹਦਾ ਸੰਗਤ ਜੀ ਜੇ ਸ਼ਹਿਦ 3 ਕਿਲੋ ਹੈ, ਦੇਸੀ ਘਿਓ 3 ਕਿਲੋ, ਤਿੰਨਾਂ ਦੀ ਰੇਸ਼ੋ ਰੱਖਣੀ ਹੈ ਵੀ ਬਰਾਬਰ ਮਾਤਰਾ 'ਚ ਨਹੀਂ ਪਾਉਣਾ। ਜਿੱਥੇ ਬਰਾਬਰ ਮਾਤਰਾ 'ਚ ਪੈ ਗਿਆ ਉੱਥੇ ਜ਼ਹਿਰ ਬਣ ਗਿਆ, ਫਿਰ ਨੁਕਸਾਨ ਕਰੂ। ਤੋ ਇਸ ਤਰ੍ਹਾਂ ਕਰਕੇ ਜਿਵੇਂ ਕੋਈ ਵੀ ਚੀਜ਼ ਹੈ ਆਪਾਂ ਖਾਂਦੇ ਹਾਂ, ਸਰੀਰ ਨੂੰ ਲੱਗਦੀ ਹੈ, ਕੋਈ ਨਾ ਕੋਈ ਅਸਰ ਕਰਦਾ ਹੈ। ਤੇ ਪਰਮਾਤਮਾ ਦਾ ਨਾਮ ਉਹ ਕਿਵੇਂ ਅਸਰ ਕਰੇ ਤੋਂ ਬਿਨਾਂ ਰਹਿ ਜਾਊ। ਪਰਮਾਤਮਾ ਦਾ ਨਾਮ ਵੀ ਸੰਗਤ ਜੀ ਜਪਿਆ ਜਾਵੇ ਤੇ ਉਹ ਅਸਰ ਕਰਦਾ ਹੀ ਕਰਦਾ ਹੈ। ਤੇ ਜਿਨ੍ਹਾਂ ਨੇ ਆਪਣੇ ਰੋਗ ਗਵਾਉਣ ਵਾਸਤੇ ਨਾਮ ਜਪਿਆ, ਸਰੀਰ ਨੂੰ ਰੋਗ ਐਸੇ ਲੱਗ ਜਾਂਦੇ ਆ ਜਿਨ੍ਹਾਂ ਰੋਗਾਂ ਦਾ ਕੋਈ ਇਲਾਜ ਨਹੀਂ, ਡਾਕਟਰ ਉਹ ਹੱਥ ਖੜੇ ਕਰ ਜਾਂਦੇ ਨੇ। ਪਰ ਜੇਕਰ ਉਹ ਸੱਚੇ ਸੁੱਚੇ ਮਨੋਂ ਸਾਧ ਸੰਗਤ ਜੀ ਰੱਬ ਦੇ ਨਾਮ ਦਾ ਸਹਾਰਾ ਲੈ ਲਵੇ ਤਾਂ ਗੁਰੂ ਪਰਮੇਸ਼ਰ ਕਿਰਪਾ ਕਰ ਦਿੰਦਾ ਹੈ ਤੇ ਉਹ ਰੋਗ ਕੱਟਿਆ ਜਾਂਦਾ। ਇੱਕ ਨਹੀਂ ਆਪਣੇ ਕੋਲੇ ਸੈਂਕੜੇ ਹਜ਼ਾਰਾਂ ਕੀ ਲੱਖਾਂ ਹੀ ਉਦਾਹਰਨਾਂ ਹੋਣਗੀਆਂ। ਸ੍ਰੀ ਹਰਿਮੰਦਰ ਸਾਹਿਬ ਵੀ ਵੇਖ ਲਈਏ ਆਪਾਂ, ਕਿੰਨੇ ਨੇ ਜਿਨ੍ਹਾਂ ਦੇ ਰੋਗ ਠੀਕ ਹੋ ਰਹੇ। ਨੇਤੀ ਹੁਣ ਤਾਂ ਸੰਗਤ ਜੀ ਮੀਡੀਆ ਦਾ ਜ਼ਮਾਨਾ ਹੈ ਤੇ ਨੇਤੀ ਕੋਈ ਨਾ ਕੋਈ ਆਪਾਂ ਖਬਰ ਦੇਖ ਹੀ ਲੈਂਦੇ ਹਾਂ। ਅੱਜ ਵੀ ਕੋਹੜ ਦੇ ਰੋਗੀ ਠੀਕ ਹੁੰਦੇ ਨੇ। ਆ ਪਿੱਛੇ ਜਿਹੇ ਵੀ ਇੱਕ ਦੀ ਸੰਗਤ ਦੀ ਆਈ ਸੀ ਵੀਡੀਓ ਵੀ। ਪਿਛਲੇ ਸਮੇਂ ਦੇ ਵਿੱਚ ਸੰਗਤ ਜੀ ਜਿਹੜਾ ਭਾਰਦਵਾਜ ਸੀ, ਜਿਹੜਾ ਚੰਗਾ ਵੱਡਾ ਸਾਇੰਟਿਸਟ ਸੀ, ਆਪ ਬਾਹਰ ਅਮਰੀਕਾ ਵਾਲੇ ਪਾਸੇ ਕਹਿੰਦੇ, ਉਹਨੂੰ ਬਾਹਰ ਹੱਡੀਆਂ ਦਾ ਕੈਂਸਰ ਹੋ ਗਿਆ ਸੀ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ। ਘਰ ਦੇ ਵਿੱਚ ਸਾਰੇ ਬੈਠੇ ਹੋਏ ਸਨ, ਗੁਜਰਾਤ ਵਾਲੇ ਪਾਸੇ ਦੇ ਸੀ ਸ਼ਾਇਦ ਰਹਿਣ ਵਾਲੇ, ਤੇ ਲਾਗੇ ਕੋਈ ਗੁਰਸਿੱਖ ਸੀ ਤੇ ਉਹ ਗਿਆ ਘਰ ਵਿੱਚ ਪਤਾ ਲੈਣ ਤੇ ਦੱਸਿਆ ਕਿ ਜੀ ਭਾਈ ਜੇ ਤੁਸੀਂ ਇੱਦਾਂ ਕਰੋ, ਉੱਥੇ ਚਲੇ ਜਾਓ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਚਰਨਾਂ ਵਿੱਚ, ਤਾਂ ਹੋ ਸਕਦਾ ਤੁਹਾਡਾ ਰੋਗ ਠੀਕ ਹੋ ਜਾਏਗਾ। ਉੱਥੇ ਮੈਨੂੰ ਵਿਸ਼ਵਾਸ ਹੈ ਠੀਕ ਹੋਏਗਾ। ਉਹ ਕਹਿਣ ਲੱਗਾ ਜੀ ਦੇਖੋ ਮੈਂ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਰੱਖਦਾ, ਮੈਂ ਇੱਕ ਵਿਗਿਆਨੀ ਹਾਂ ਤੇ ਮੈਂ ਤਾਂ ਵੱਡੇ ਵੱਡੇ ਵਿਗਿਆਨੀਆਂ ਦੇ ਕੋਲ ਇਲਾਜ ਕਰਾ ਕੇ ਥੱਕ ਹਾਰ ਗਿਆ, ਪਰ ਕਿਤੇ ਉਵੇਂ ਫਰਕ ਨਹੀਂ ਪਿਆ।
ਤੇ ਤੁਸੀਂ ਕਹਿੰਦੇ ਆ ਕਿ ਉੱਥੇ ਜਾ ਕੇ ਹੀ ਫਰਕ ਪੈ ਜਾਏਗਾ। ਇੱਦਾਂ ਕਿਵੇਂ ਹੋ ਸਕਦਾ? ਮੇਰੇ ਮੰਨਣ 'ਚ ਗੱਲ ਨਹੀਂ ਆਉਂਦੀ, ਇਸ ਕਰਕੇ ਮੈਨੂੰ ਨਾ ਦੁਬਾਰਾ ਇਹ ਗੱਲ ਕਿਉਂ। ਉਹ ਸੰਗਤ ਜੀ ਗੁਰਸਿੱਖ ਚੰਗੇ ਮਿੱਤਰ ਸੀ, ਉਹਨਾਂ ਦੇ ਕਹਿਣ ਲੱਗੇ ਠੀਕ ਹੈ, ਜਿੱਥੇ ਇੰਨੇ ਤੁਸੀਂ ਇਲਾਜ ਕਰਾ ਕੇ ਦੇਖ ਲਏ ਹੈ ਤੇ ਇੱਕ ਹੁਣ ਆ ਮੇਰੀ ਵੀ ਨਿੱਕੀ ਜਿਹੀ ਗੱਲ ਮੰਨ ਲਓ। ਬਾਕੀ ਡਾਕਟਰ ਨੇ ਦੱਸੇ ਤੁਹਾਨੂੰ ਕਿ ਥੋੜ੍ਹੇ ਕੁ ਦਿਨਾਂ 'ਚ ਤੁਸੀਂ ਮਹਿਮਾਨ ਹੋ ਤੇ ਜਾਂਦੇ ਜਾਂਦੇ ਇੱਕ ਧਰਮ ਦਾ ਚੰਗਾ ਕੰਮ ਹੀ ਕਰ ਚੱਲੋ, ਫਿਰ ਉੱਥੇ ਮੱਥਾ ਟੇਕ ਆਓ, ਹੋਰ ਨਹੀਂ ਕੁਝ ਤਾਂ। ਚਲੋ ਸੰਗਤ ਜੀ ਕਹਿੰਦੇ ਉਹ ਮੰਨ ਗਏ, ਕਹਿੰਦੇ ਠੀਕ ਹੈ ਜਾਵਾਂਗੇ। ਹੋਰ ਉੱਥੇ ਕੀ ਕਰੀਦਾ ਹੈ? ਦੱਸਿਆ ਕਿ ਜੀ ਉੱਥੇ ਜਾ ਕੇ ਆਪਾਂ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਲਾਂਗੇ, ਇਸ਼ਨਾਨ ਕਰਾਂਗੇ, ਕੜਾਹ ਪ੍ਰਸ਼ਾਦ ਦੀ ਦੇਗ ਕਰਾਵਾਂਗੇ, ਬਾਕੀ ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਾਇਆ। ਤੇ ਉਹ ਸਾਧ ਸੰਗਤ ਜੀ ਕਹਿੰਦੇ ਚੱਲ ਕੇ ਆ ਗਏ। ਤੇ ਉਸ ਸਮੇਂ ਉਹਨਾਂ ਦੇ ਕੋਲੋਂ ਕਹਿੰਦੇ ਜ਼ਿਆਦਾ ਤੁਰਿਆ ਫਿਰਿਆ ਵੀ ਨਹੀਂ ਜਾਂਦਾ ਸੀ, ਬਸ ਐਂ ਫੱਟੇ ਜਿਹੇ 'ਤੇ ਪਾ ਕੇ ਉਹਨਾਂ ਨੂੰ ਲਿਆਂਦਾ। ਇੱਥੇ ਜਿੱਥੇ ਆਪਾਂ ਹਰਿਮੰਦਰ ਸਾਹਿਬ ਜਦੋਂ ਜਾਂਦੇ ਹਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੇ ਨਿਸ਼ਾਨ ਸਾਹਿਬ ਹੈ ਨਾ, ਉਹਨਾਂ ਦੇ ਨਾਲ ਹੀ ਸੰਗਤ ਜੀ ਉੱਥੇ ਝੰਡੇ ਬੁੰਗੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਜਦੋਂ ਪਰਿਕਰਮਾ ਕਰਦੇ ਹਾਂ, ਉੱਥੇ ਕਹਿੰਦੇ ਸ੍ਰੀ ਅਖੰਡ ਪਾਠ ਸਾਹਿਬ ਉਹਨਾਂ ਦਾ ਆਰੰਭ ਹੋਇਆ। ਪਰਿਵਾਰ ਬੈਠਾ ਤੇ ਇਹ ਵੀ ਭਾਰਦਵਾਜ ਹੋਣੀ, ਇਹ ਵੀ ਉੱਥੇ ਬੈਠ ਗਏ। ਕਹਿੰਦੇ ਅਖੰਡ ਪਾਠ ਸਾਹਿਬ ਸੁਣਨ ਲੱਗ ਪਏ ਤੇ ਲੰਮੇ ਕਹਿੰਦੇ ਪਏ ਹੋਏ ਸਨ, ਜ਼ਿਆਦਾ ਉੱਠਿਆ ਜਾਂਦਾ ਨਹੀਂ। ਸਰੀਰ ਦੀਆਂ ਹੱਡੀਆਂ ਡਾਕਟਰਾਂ ਨੇ ਕਿਹਾ ਸੀ ਕਿ ਜੇ ਥੋੜ੍ਹੀ ਜਿੰਨੀ ਵੀ ਖਿੱਚ ਹੋਈ ਤਾਂ ਜਿਵੇਂ ਕੱਚ ਟੁੱਟਦਾ, ਕੱਚ ਦੀਆਂ ਚੂੜੀਆਂ ਵਾਂਗੀਆਂ ਹੱਡੀਆਂ ਟੁੱਟ ਜਾਣਗੀਆਂ। ਇਸ ਕਰਕੇ ਬੜੇ ਧਿਆਨ ਨਾਲ ਹੀ ਸੰਗਤ ਜੀ ਉਹਨਾਂ ਨੂੰ ਰੱਖਿਆ ਜਾਂਦਾ ਸੀ। ਕਹਿੰਦੇ ਹੈ ਉਹਨਾਂ ਨੇ ਆਪ ਦੱਸਿਆ ਕਿ ਜਦੋਂ ਬਾਣੀ ਚੱਲਦੀ ਚੱਲਦੀ ਸ੍ਰੀ ਸੁਖਮਨੀ ਸਾਹਿਬ ਜੀ 'ਤੇ ਆਈ ਤੇ ਉਸ ਸਮੇਂ ਉਹਨਾਂ ਦੀ ਇੱਕ ਬੇਟੀ ਸੀ ਤੇ ਲਾਗੇ ਹੀ ਕਹਿੰਦੇ ਕਿ ਉਹਨਾਂ ਦੀ ਧਰਮ ਪਤਨੀ ਘਰੋਂ ਸੀ ਬੈਠੀ ਬੀਬੀ। ਕਹਿੰਦੇ ਸੁਖਮਨੀ ਸਾਹਿਬ ਦਾ ਜਦੋਂ ਪਾਠ ਚੱਲਿਆ ਤੇ ਉਹਨਾਂ ਕਿਹਾ ਕਿ ਜੀ ਇੱਦਾਂ ਕਰੋ, ਮੈਨੂੰ ਥੋੜ੍ਹਾ ਜਿਹਾ ਬਿਠਾਲ ਦਿਓ, ਮੈਂ ਬੈਠਣਾ ਚਾਹੁੰਦਾ ਹਾਂ। ਪਰਿਵਾਰ ਦੇ ਮਨਾ ਕਰਨ ਦੇ ਬਾਵਜੂਦ ਵੀ ਲਾਗੇ ਬਿਠਾਲ ਦਿੱਤਾ। ਉਹਨਾਂ ਦੀ ਬੇਟੀ ਨੇ ਸੰਗਤ ਜੀ ਕਿਹਾ ਕਿ ਚਲੋ ਮੇਰੇ ਮਾਤਾ ਪਿਤਾ ਬੈਠੇ ਆ, ਮੁੜ ਕੇ ਪਤਾ ਨਹੀਂ ਬੈਠਣਾ ਇਸ ਤਰ੍ਹਾਂ ਮਿਲੇ ਕਿ ਨਾ ਮਿਲੇ, ਇਹੋ ਜਿਹੀ ਪਵਿੱਤਰ ਥਾਂ 'ਤੇ ਇਹਨਾਂ ਦੀ ਫੋਟੋ ਖਿੱਚ ਲਈਏ। ਉਹਨਾਂ ਸੰਗਤ ਜੀ ਕਹਿੰਦੇ ਫੋਟੋ ਖਿੱਚੀ। ਦੇਖਦਿਆਂ ਦੇਖਦਿਆਂ ਸੰਗਤ ਜੀ ਸੁਖਮਨੀ ਸਾਹਿਬ ਦੀ ਬਾਣੀ ਚੱਲ ਰਹੀ ਹੈ ਤੇ ਮਹਾਰਾਜ ਜੀ ਦੇ ਸਰੂਪ ਦੇ ਵਿੱਚੋਂ ਕਹਿੰਦੇ ਇੱਕ ਪ੍ਰਕਾਸ਼ ਨਿਕਲਿਆ, ਜੋਤ ਨਿਕਲੀ, ਇੱਕਦਮ ਚਾਨਣ ਹੀ ਚਾਨਣ ਹੋ ਗਿਆ ਉਸ ਕਮਰੇ ਦੇ ਵਿੱਚ। ਗ੍ਰੰਥੀ ਸਿੰਘ ਵੀ ਹੈਰਾਨ ਤੇ ਉਹ ਜਿਹੜੇ ਬਾਕੀ ਦੇ ਸੀ ਉਹ ਵੀ ਕਹਿੰਦੇ ਹੈਰਾਨ ਹੋ ਗਏ ਪਰਿਵਾਰ ਵਾਲੇ। ਉਹ ਪ੍ਰਕਾਸ਼ ਨਿਕਲ ਕੇ ਤੇ ਉਹ ਭਾਰਦਵਾਜ ਨੇ ਜਿਵੇਂ ਦੱਸਿਆ ਪਈਆਂ ਹੋਈਆਂ ਸੰਗਤ ਜੀ ਉਹਨਾਂ ਦੀਆਂ ਆਡੀਓ ਵੀਡੀਓ, ਉਹ ਉਹਨਾਂ ਦੇ ਹੱਥ ਜਿਹੜੇ ਸਨ, ਹੱਥਾਂ ਉੱਤੇ ਆਈ ਉਹ ਜੋਤ, ਹੱਥਾਂ ਦੇ ਵਿੱਚ ਸੰਗਤ ਜੀ ਪ੍ਰਵੇਸ਼ ਹੋ ਗਈ। ਜਦੋਂ ਪ੍ਰਵੇਸ਼ ਹੋਈ ਤੇ ਉਹਨੂੰ ਦੱਸਿਆ ਜੀ ਵੀ ਮੈਨੂੰ ਇੱਕਦਮ ਅੰਦਰ ਕਰੰਟ ਜਿਹਾ ਵੱਜਾ ਤੇ ਜੋਤ ਬੜੀ ਠੰਡੀ ਦੀ ਅੰਦਰ ਮਹਿਸੂਸ ਹੋਈ ਤੇ ਆਪਣੇ ਆਪ ਨੂੰ ਮੈਨੂੰ ਐਸਾ ਮਹਿਸੂਸ ਹੋਇਆ ਕਿ ਮੈਂ ਤੰਦਰੁਸਤ ਹੋ ਗਿਆ ਹੋਵਾਂ ਜਿਵੇਂ। ਕਹਿੰਦੇ ਚਲੋ ਸਾਰਾ ਸ੍ਰੀ ਅਖੰਡ ਪਾਠ ਸਾਹਿਬ ਹੋਇਆ, ਸੰਪੂਰਨ ਹੋਏ, ਭੋਗ ਪਾਏ ਗਏ, ਮੱਥਾ ਟੇਕਿਆ, ਅਰਦਾਸ ਕੀਤੀ, ਸਾਰਾ ਕੁਝ ਕਿਰਿਆ ਕਰਨ ਤੋਂ ਬਾਅਦ ਕਹਿੰਦੇ ਅਸੀਂ ਵਾਪਸ ਆਏ। ਦੁਬਾਰਾ ਡਾਕਟਰਾਂ ਨੂੰ ਜਾ ਕੇ ਚੈੱਕਅਪ ਕਰਾਇਆ ਤੇ ਡਾਕਟਰਾਂ ਨੇ ਹੱਥ ਜੋੜ ਦਿੱਤੇ, ਕਹਿੰਦੇ ਤੁਹਾਨੂੰ ਤਾਂ ਰੋਗ ਹੀ ਕੋਈ ਨਹੀਂ, ਇਹ ਕਿਹੜੀ ਦਵਾਈ ਤੁਸੀਂ ਖਾਧੀ ਹੈ, ਤੁਸੀਂ ਤਾਂ ਸਾਰੇ ਕੁਝ ਕੁ ਦਿਨਾਂ ਦੇ ਮਹਿਮਾਨ ਸੀ। ਉਹਨਾਂ ਦੱਸਿਆ ਕਿ ਹਾਂ, ਪਰ ਮੈਂ ਕਹਿੰਦੇ ਇੱਕ ਸਿੰਘ ਦੇ ਕਹਿਣ 'ਤੇ ਹਰਿਮੰਦਰ ਸਾਹਿਬ ਚਲਾ ਗਿਆ, ਉੱਥੇ ਅਖੰਡ ਪਾਠ ਸਾਹਿਬ ਕਰਾਇਆ, ਆਹ ਕੌਤਕ ਵਰਤਿਆ ਸੀ। ਫਿਰ ਉਹਨਾਂ ਨੇ ਸੰਗਤ ਜੀ ਬਹੁਤ ਸਾਰੇ ਥਾਵਾਂ 'ਤੇ ਜਾ ਜਾ ਕਰਕੇ ਉਹਨਾਂ ਨੇ ਪ੍ਰਚਾਰ ਵੀ ਕੀਤਾ ਕਿ ਜੀ ਮੇਰੇ ਨਾਲ ਇਹ ਉੱਥੇ ਕੌਤਕ ਹੋਇਆ ਹੈ। ਕਹਿੰਦਾ ਹਾਲਾਂਕਿ ਮੈਂ ਨਾਸਤਿਕ ਸਾਂ, ਮੈਂ ਇਸ ਪਾਸੇ ਕੋਈ ਵਿਸ਼ਵਾਸ ਨਹੀਂ ਰੱਖਦਾ ਸੀ, ਪਰੰਤੂ ਫਿਰ ਵੀ ਕਹਿੰਦੇ ਕਿ ਮੇਰੇ ਨਾਲ ਇਹ ਘਟਨਾ ਵਾਪਰੀ ਹੈ। ਤੋ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ, ਜੇਕਰ ਗੱਲ ਤਾਂ ਹੈ ਭਾਵਨਾ ਦੀ, ਸ਼ਰਧਾ ਦੀ, ਜੇਕਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਨਾਮ ਦਾ ਉਹ ਆਸਰਾ ਤੱਕਿਆ ਜਾਵੇ ਤਾਂ ਗੁਰੂ ਸਾਹਿਬ ਜੀ ਦਾ ਨਾਮ ਸਾਡੇ ਰੋਗਾਂ ਨੂੰ ਵੀ ਦੂਰ ਕਰਦਾ ਹੈ। ਸਭ ਤੋਂ ਪਹਿਲਾਂ ਜਦੋਂ ਬੰਦਾ ਨਾਮ ਜਪਣਾ ਸ਼ੁਰੂ ਕਰੇਗਾ ਤਾਂ ਸਭ ਤੋਂ ਪਹਿਲਾਂ ਤਨ ਦੇ ਰੋਗ ਹੀ ਖਤਮ ਹੋਣਗੇ, ਮਨ ਦੇ ਰੋਗ ਬਾਅਦ ਵਿੱਚ ਖਤਮ ਹੋਣਗੇ, ਕਿਉਂਕਿ ਜਿਹਦਾ ਤਨ ਹੀ ਠੀਕ ਨਹੀਂ ਤਾਂ ਮਨ ਕਿੱਥੋਂ ਠੀਕ ਹੋ ਜਾਏਗਾ। ਪਹਿਲਾਂ ਤਨ ਨੂੰ ਠੀਕ ਕਰਦਾ ਹੈ ਪ੍ਰਮਾਤਮਾ ਦਾ ਨਾਮ, ਫਿਰ ਸੰਗਤ ਜੀ ਅੰਦਰੋਂ ਮਨ ਠੀਕ ਹੋਣਾ ਸ਼ੁਰੂ ਹੁੰਦਾ। ਤਾਂ ਮਹਾਰਾਜ ਜੀ ਇੱਥੇ ਦੱਸ ਰਹੇ ਨੇ ਭਾਈ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਪਨ ਰੂਪ ਦਵਾਈ ਨੂੰ ਖਾਧਾ ਹੈ,
ਉਹਨਾਂ ਦੇ ਸਾਰੇ ਦੁੱਖਾਂ ਦਾ ਘਾਣ ਹੀ, ਰੋਗਾਂ ਦਾ ਘਾਣ ਹੀ ਅੰਦਰੋਂ ਗਵਾ ਗਿਆ, ਨਾਸ ਹੀ ਹੋ ਗਿਆ ਹੈ। ਜਿਨਾ ਸਾਸ ਗਰਾਸ ਨ ਵਿਸਰੈ, ਜਿਨ੍ਹਾਂ ਨੂੰ ਸਾਸ ਗਰਾਸ ਆਉਂਦੇ ਜਾਂਦੇ ਸਾਹਾਂ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ, ਸੇ ਹਰ ਜਨ ਪੂਰੇ ਸਹੀ ਜਾਣ, ਕੋਈ ਹਰੀ ਦੇ ਜਨ ਪੂਰੇ ਅਤੇ ਸਹੀ ਨਿਸ਼ਚੇ ਕਰਕੇ ਪੂਰਨ ਜਾਣੋ। ਜੋ ਗੁਰਮੁਖ ਹਰ ਆਰਾਧ ਦੇ, ਇਹ ਭਾਈ ਜਿਹੜੇ ਵੀ ਗੁਰਮੁਖ ਬਣ ਕੇ ਤੇ ਪਰਮੇਸ਼ਰ ਨੂੰ ਆਰਾਧਨਾ ਕਰਦੇ ਐ, ਤਿਨ ਝੂਕੀ ਜਮ ਕੀ ਜਗਤ ਕਾਣ, ਉਹਨਾਂ ਲਈ ਜਮਦੂਤਾਂ ਦੀ ਤੇ ਸਾਰੇ ਸੰਸਾਰ ਦੀ ਜਿਹੜੀ ਕਾਣ ਕਨੌੜ ਹੈ ਉਹ ਚੁੱਕੀ ਜਾਂਦੀ ਹੈ। ਭਾਵ ਲੋਕਾਂ ਦੀ ਮੁਥਾਜਗੀ ਨਹੀਂ ਉਹਨਾਂ ਨੂੰ ਕੋਈ ਰਹਿ ਜਾਂਦੀ, ਐ ਸੁਤੰਤਰ ਹੋ ਜਾਂਦੇ ਹਨ। ਸ਼ਲੋਕ ਮਹੱਲਾ ਤੀਜਾ। ਸ਼ਲੋਕ ਅੰਦਰ ਤੀਸਰੇ ਪਾਤਸ਼ਾਹ ਜੀ ਕਿਰਪਾ ਫਰਮਾਉਂਦੇ ਹਨ। ਹਰੇ ਜਨ ਉਥਾਰੈ ਦੱਬਿਓ, ਮਹਾਰਾਜ ਜੀ ਕਹਿੰਦੇ, ਹੇ ਪੁਰਖਾ ਤੂੰ ਅਗਿਆਨ ਰੂਪੀ ਦਬਾਅ ਦੇ ਹੇਠਾਂ ਦੱਬਿਆ ਹੋਇਆ ਹੈ। ਸੁਤਿਆ ਗਈ ਵਿਹਾਏ, ਤੇਰੀ ਤਾਂ ਸਾਰੀ ਜ਼ਿੰਦਗੀ ਸਾਰੀ ਉਮਰ ਸੁੱਤਿਆਂ ਹੀ ਸਾਰੀ ਬਤੀਤ ਹੋ ਚੱਲੀ ਹੈ। ਦਬਾਅ ਸੰਗਤ ਜੀ, ਜਿਵੇਂ ਕਈ ਵਾਰੀ ਆਪਾਂ ਦੇਖਦੇ ਹਾਂ ਨਾ, ਸੁੱਤੇ ਹੁੰਦੇ ਆ ਤੇ ਬੰਦਾ ਕਈ ਵਾਰੀ ਘਬਰਾ ਜਾਂਦਾ ਸੁੱਤਾ ਪਿਆ ਵੀ ਜਿਵੇਂ ਦਬਾਅ ਪੈ ਜਾਂਦਾ, ਕਈ ਡਰ ਜਾਂਦੇ ਹੈ। ਆਮ ਇਹ ਬੱਚਿਆਂ ਨੂੰ, ਕਈ ਸਿਆਣਿਆਂ ਨੂੰ ਵੀ ਦਬਾਅ ਪੈ ਜਾਂਦਾ ਸੁੱਤੇ ਹੋਇਆਂ ਨੂੰ, ਤੇ ਉਹ ਕਰਕੇ ਵੀ ਸ਼ਾਇਦ ਮੇਰੇ ਉੱਤੇ ਕਿਸੇ ਜਾਦੂ ਟੂਣੇ ਦਾ, ਕਿਸੇ ਪ੍ਰੇਤ ਆਤਮਾ ਦਾ ਕੋਈ ਸ਼ਾਇਦ ਅਸਰ ਹੋ ਗਿਆ। ਇੱਦਾਂ ਬੰਦਾ ਘਬਰਾ ਕੇ ਫਿਰ ਇਹੋ ਜਿਹੇ ਜਾਦੂ ਟੂਣੇ ਵਾਲੇ ਬੰਦਿਆਂ ਨੂੰ ਲੱਭਦਾ, ਤੇ ਫਿਰ ਉਹ ਦੇਖ ਕੇ ਜਾਦੂ ਟੂਣੇ ਵਾਲੇ ਤੇ ਚੰਗਾ ਫਿਰ ਸੰਗਤ ਜੀ ਲੁੱਟਦੇ ਆ ਚੰਗੀ ਤਰ੍ਹਾਂ ਹੀ ਕਰਕੇ। ਪਰ ਇਹ ਕੋਈ ਦਬਾਅ, ਕੋਈ ਪ੍ਰੇਤ ਆਤਮਾ ਨਹੀਂ ਆ ਕੇ ਪੈਂਦੀ। ਇਹਦਾ ਕਾਰਨ ਹੈ ਜਦੋਂ ਆਪਾਂ ਸੰਗਤ ਜੀ ਸੌਂਦੇ ਹੈ ਨਾ, ਸਿੱਧੇ ਸੁੱਤੇ ਹੋਏ ਹੈ, ਤਾਂ ਸੁੱਤਿਆਂ ਹੋਇਆਂ ਸਾਡੇ ਜਿਹੜੇ ਹੱਥ ਹੈ ਛਾਤੀ 'ਤੇ ਆ ਜਾਂਦੇ ਨੇ, ਅਤੇ ਛਾਤੀ ਦੇ ਉੱਤੇ ਸਾਡੀ ਪ੍ਰਾਣ ਕਲਾ ਹੈ। ਛਾਤੀ ਦੇ ਵਿੱਚ ਹੱਥ ਉੱਤੇ ਪਏ ਹੋਣ ਕਰਕੇ ਹੱਥਾਂ ਦੇ ਭਾਰ ਦੇ ਨਾਲ ਸਾਡਾ ਸਾਹ ਕੁਝ ਕੁ ਘੁੱਟਣਾ ਸ਼ੁਰੂ ਹੋ ਜਾਂਦਾ, ਜਿਹਦੇ ਕਾਰਨ ਸਾਨੂੰ ਇੰਝ ਲੱਗਦਾ ਕਿ ਜੀ ਸਾਨੂੰ ਲੱਗਦਾ ਕਿਸੇ ਨੇ ਦੱਬ ਦਿੱਤਾ ਉੱਤੋਂ, ਅਤੇ ਬੰਦਾ ਐਂ ਸੰਗਤ ਦੀ ਤਰਬਕ ਜਾਂਦਾ। ਕਈ ਵਾਰੀ ਤਰੇਲੀਆਂ ਆ ਜਾਂਦੀਆਂ, ਹੁਣ ਸਾਹ ਘੁੱਟੇਗਾ ਬੰਦੇ ਦਾ ਤਾਂ ਤਰੇਲੀਆਂ ਤਾਂ ਆਉਣੀਆਂ ਹੀ ਆਉਣੀਆਂ, ਅਤੇ ਸੁੱਤੇ ਪਏ ਨੂੰ ਬੰਦੇ ਨੂੰ ਐਂ ਲੱਗਦਾ ਵੀ ਮੈਨੂੰ ਕੋਈ ਦੱਬ ਰਿਹਾ। ਇੱਕ ਸੁੱਤਾ ਹੁੰਦਾ ਹੈ, ਨੀਂਦ ਹੁੰਦੀ ਹੈ, ਜਿਹਦੇ ਕਰਕੇ ਬੰਦਾ ਕੁੱਬੜ ਵਾਹੀ ਉੱਠਦਾ, ਘਬਰਾ ਜਾਂਦਾ। ਇਹ ਕੋਈ ਬਿਮਾਰੀ ਨਹੀਂ ਹੈ, ਇਹ ਸੰਗਤ ਦੀ ਸੁੱਤੇ ਹੋਇਆਂ ਬੰਦਾ ਆਪਣੇ ਛਾਤੀ 'ਤੇ ਹੱਥ ਰੱਖ ਲੈਂਦਾ ਹੈ, ਔਰ ਹੱਥਾਂ ਦੇ ਨਾਲ ਜਿਹੜੇ ਸਾਡੇ ਸਾਹ ਨੇ, ਪ੍ਰਾਣ ਕਲਾ ਸਾਡੀ, ਉਹ ਛਾਤੀ ਘੁੱਟਣ ਕਰਕੇ ਸਾਹ ਥੋੜ੍ਹੇ ਔਖੇ ਹੋ ਜਾਂਦੇ ਸਾਨੂੰ ਲੈਣੇ, ਜਿਹਦੇ ਕਰਕੇ ਬੰਦਾ ਅਗਿਆਨ ਵਿੱਚ ਆ ਰਿਹਾ, ਮੈਨੂੰ ਤਾਂ ਕਹਿੰਦੇ ਦਬਾਅ ਦੱਬਾ ਪੈ ਗਿਆ ਹੈ। ਆਮ ਹੀ ਆਪਾਂ ਜਿਹਨੇ ਕਹਿੰਦੇ ਜੀ ਦੱਬੇ ਪੈ ਗਏ ਕਿਸੇ ਨੂੰ, ਇਹੋ ਜਿਹੀ ਗੱਲਬਾਤ ਹੋ ਜਾਂਦੀ ਹੈ। ਤੁਰੋ ਵਿਚਾਰ ਇਹ ਮਹਾਰਾਜ ਜੀ ਦੱਸਦੇ ਆ ਕਿ ਰੇ ਜਨ, ਇਹ ਮਨੁੱਖ ਜਿਵੇਂ ਉਹ ਦੱਬਾ ਪੈ ਜਾਂਦਾ ਨਾ ਬੰਦੇ ਨੂੰ, ਅਤੇ ਇਸੇ ਤਰ੍ਹਾਂ ਹੀ ਤੈਨੂੰ ਵੀ ਕਹਿੰਦੇ ਅਗਿਆਨਤਾ ਦਾ ਦੱਬਾ ਹੀ ਪਿਆ ਹੋਇਆ ਹੈ। ਐਸਾ ਦੱਬਾ ਪਿਆ ਹੋਇਆ ਅਗਿਆਨਤਾ ਦਾ, ਤੈਨੂੰ ਸਾਰੀ ਜ਼ਿੰਦਗੀ ਐਨ ਤਰਬਕ ਕੇ ਬਤੀਤ ਕਰਦਾ, ਅਤੇ ਸੁੱਤਿਆਂ ਹੀ ਸੁੱਤਿਆਂ ਤੇਰੀ ਸਾਰੀ ਉਮਰ ਬਤੀਤ ਹੋ ਜਾਂਦੀ ਹੈ। ਸਤਿਗੁਰ ਕਾ ਸ਼ਬਦ ਸੁਨ ਨਾ ਜਾਗਿਓ, ਹੁਣ ਦੱਬਾ ਪਿਆ ਹੋਵੇ ਜਿਹਨੂੰ ਸਾਧ ਸੰਗਤ, ਅਤੇ ਬੰਦਾ ਕਈ ਵਾਰੀ ਐ ਔਖੇ ਸਾਹ ਲੈਂਦਾ, ਨਾਲ ਹੀ ਜਿਹੜਾ ਦੂਜਾ ਪਿਆ ਹੋਵੇ ਉਹ ਦੇਖਦਾ ਕਿ ਲੱਗਦਾ ਇਹਨੂੰ ਕਿਸੇ ਚੀਜ਼ ਨੇ ਢਾਹ ਲਿਆ, ਕੋਈ ਪ੍ਰੇਤ ਆਤਮਾ 'ਚ ਆ ਗਈ ਹੈ, ਇੱਦਾਂ ਦੀਆਂ ਹਰਕਤਾਂ ਕਰਨ ਲੱਗਾ। ਨਹੀਂ, ਇੱਦਾਂ ਦਾ ਕੁਝ ਨਹੀਂ ਹੁੰਦਾ ਹੈ। ਕੀ ਕਰੇ ਉੱਥੇ ਹੁਣ, ਕਹਿੰਦੇ ਜਿਹੜਾ ਬੰਦਾ ਸੰਗਤ ਦੀ ਸੁੱਤਾ ਹੋਇਆ ਐ ਆਪਣਾ ਦੱਬੀ ਜਾ ਰਿਹਾ ਹੈ, ਆਪਣੇ ਆਪ ਨੂੰ ਸਾਹ ਔਖੇ ਹੋ ਰਹੇ ਨੇ, ਉਹਨੂੰ ਫੜ ਕੇ ਜਗਾ ਦਿਓ, ਉਹਨੂੰ ਜਗਾ ਦਈਏ, ਅਤੇ ਜਾਗਦਿਆਂ ਸਾਰੀ ਸੰਗਤ ਜੀ ਉਹਨੂੰ ਜਦੋਂ ਹੋਸ਼ ਆਉਂਦੀ ਹੈ ਅਤੇ ਫਿਰ ਉਹਨੂੰ ਥੋੜ੍ਹਾ ਜਿਹਾ ਆਰਾਮ ਮਿਲਦਾ, ਮਹਿਸੂਸ ਹੁੰਦਾ ਕਿ ਹਾਂ ਮੈਂ ਠੀਕ ਹਾਂ। ਨਹੀਂ ਤਾਂ ਸੁੱਤੇ ਪਏ ਦੀ ਆਵਾਜ਼ ਵੀ ਨਹੀਂ ਨਿਕਲਦੀ, ਬੜੀ ਦੱਬਵੀਂ ਸੰਗਤ ਜੀ ਆਵਾਜ਼ ਨਿਕਲਦੀ ਹੈ। ਕਈ ਵਾਰੀ ਚੀਕਾਂ ਮਾਰਨ ਲੱਗ ਪੈਂਦਾ ਹੈ, ਹੱਥ ਪੈਰ ਹਿਲਾਉਣ ਦੀ ਕੋਸ਼ਿਸ਼ ਕਰ, ਹਿਲਦੇ ਕੁਝ ਨਹੀਂ, ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ ਹੈ। ਐਂ ਬੰਦਾ ਡਰ ਜਾਂਦਾ। ਪਰ ਦੂਜਾ ਬੰਦਾ ਜਿਹੜਾ ਜਾਗਦਾ ਹੈ ਲਾਗੇ, ਉਹ ਫੜ ਕੇ ਉਹਨੂੰ ਉਠਾਲ ਦੇਵੇ, ਉੱਠ ਗਿਆ ਤਾਂ ਆਪਣੇ ਆਪ ਠੀਕ ਹੈ, ਬਾਅਦ ਵਿੱਚ ਥੋੜ੍ਹੇ ਚਿਰ ਨੂੰ ਸਰੀਰ ਐਂ ਨੋਰਮਲ ਹੋ ਜਾਂਦਾ। ਤੁਮਾਰੇ ਕਹਿੰਦੇ ਇਸੇ ਤਰ੍ਹਾਂ ਦੇਖ ਲਓ ਭਾਈ, ਹੁਣ ਜੇ ਉਠਾਉਣ ਦੀ ਕੋਸ਼ਿਸ਼ ਕਰੇ ਅਤੇ ਬੰਦਾ ਫਿਰ ਵੀ ਨਾ ਉੱਠੇ ਅਤੇ ਉੱਥੇ ਬਸ ਦੁਖੀ ਹੁੰਦਾ ਰਹੇ,
ਉਹਦੇ 'ਚ ਕਸੂਰ ਕਿਹਦਾ ਫਿਰ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਦੇਖ ਲਓ ਬੰਦੇ ਦੀ ਸਾਰੀ ਜ਼ਿੰਦਗੀ ਵਿਕਾਰਾਂ ਦੇ ਹੇਠਾਂ ਦੱਬਿਆਂ ਹੋਇਆਂ ਅਤੇ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਇਆਂ ਲੰਘਦੀ ਜਾ ਰਹੀ ਹੈ, ਅਤੇ ਗੁਰੂ ਦਾ ਸ਼ਬਦ ਸੁਣ ਕੇ ਫਿਰ ਵੀ ਨਹੀਂ ਕਹਿੰਦੇ ਜਾਗਦਾ। ਗੁਰੂ ਨੇ ਦੱਸ ਦਿੱਤਾ ਕਿ ਭਾਈ ਨਾਮ ਜਪ ਜੀਵਨ ਸਫਲ ਹੋਵੇ, ਸੁਣ ਕੇ ਫਿਰ ਵੀ ਨਹੀਂ ਜਾਗਦਾ। ਇਹੋ ਜਿਹੀ ਕਹਿੰਦੇ ਬੰਦੇ ਦੀ ਹਾਲਤ ਹੋਈ ਹੈ। ਅੰਤਰ ਨਾ ਉਪਜਿਓ ਚਾਓ, ਤੇ ਨਾ ਹੀ ਉਹਦੇ ਬੰਦੇ ਦੇ ਅੰਦਰ ਕੋਈ ਚਾਅ ਹੀ ਪੈਦਾ ਹੋਇਆ ਵੀ ਮੈਂ ਆਪਣਾ ਆਪ ਦਾ ਹੀ ਭਲਾ ਕਰਾ ਲਵਾਂ, ਕਿਸੇ ਦਾ ਤਾਂ ਕੀ ਕਰਨਾ। ਬੰਦਾ ਆਪਣੇ ਵੀ ਸੰਗਤ ਜੀ ਭਲੇ ਕਰਾਉਣ ਵਾਸਤੇ ਨਹੀਂ ਕੋਈ ਸੋਚਦਾ ਹੈ। ਬਸ ਉਹ ਹਾਲਤ ਹੋਈ, ਪਾਏ ਕੁਹਾੜਾ ਮਾਰਿਆ ਕਾਫਿਲ ਆਪਣੇ ਹਾਥ। ਆਪਣੇ ਪੈਰਾਂ 'ਤੇ ਬੰਦਾ ਆਪ ਹੀ ਕੁਹਾੜੇ ਮਾਰ ਰਿਹਾ, ਭਾਵ ਆਪਣੀ ਜ਼ਿੰਦਗੀ ਬੰਦਾ ਆਪ ਹੀ ਨਰਕਾਂ ਵਾਲੇ ਪਾਸੇ ਲੈ ਕੇ ਜਾ ਰਿਹਾ ਹੈ। ਗੁਰੂ ਦਾ ਸ਼ਬਦ ਸੁਣਨ ਨੂੰ ਤਾਂ ਸੁਣ ਹੀ ਲੈਂਦੇ ਬਹੁਤ ਸਾਰੇ, ਪਰੰਤੂ ਸੁਣ ਕਰਕੇ ਤੇ ਉਹਨੂੰ ਮੰਨਣ ਵਾਲੇ ਬੜੇ ਥੋੜ੍ਹੇ ਨੇ। ਮੰਨ ਵੀ ਲੈਂਦੇ ਆ, ਮੰਨ ਕੇ ਉਹਨੂੰ ਧਾਰਨ ਵਾਲੇ ਬੜੇ ਥੋੜ੍ਹੇ ਨੇ, ਅੱਗੋਂ ਰਹਿ ਜਾਂਦੇ। ਕੋਈ ਟਾਵਾਂ ਵਿਰਲਾ ਰਹਿ ਜਾਂਦਾ ਹੈ। ਮਾਰੇ ਕਹਿੰਦੇ ਉਹ ਸੁਣ ਕੇ ਜਿਹੜਾ ਜਾਗਣ ਵਾਲਾ ਬੰਦਾ ਹੈ ਉਹ ਟਾਵਾਂ ਹੈ। ਗੁਰੂ ਦਾ ਸ਼ਬਦ ਸੁਣ ਤਾਂ ਲਿਆ, ਪਰ ਬੰਦੇ ਨੇ ਸੁਣਨ ਦੇ ਬਾਵਜੂਦ ਵੀ ਜਾਗਣਾ ਹੀ ਨਹੀਂ ਕੀਤਾ। ਐਸੀ ਇਹਦੀ ਹਾਲਤ ਹੋਈ ਹੈ। ਮਨ 'ਚ ਚਾਅ ਹੀ ਨਹੀਂ ਪੈਦਾ ਹੋਇਆ ਕਿ ਮੈਂ ਕਿਤੇ ਗੁਟਕਾ ਸਾਹਿਬ ਪੜ੍ਹਾਂ, ਕਿਤੇ ਸੁਖਮਨੀ ਸਾਹਿਬ ਦਾ ਪਾਠ ਕਰ ਲਵਾਂ, ਕਿਤੇ ਜਪਜੀ ਸਾਹਿਬ ਪੜ੍ਹ ਲਵਾਂ, ਕਿਤੇ ਮੂਲ ਮੰਤਰ ਜਾ ਕੇ ਪੜ੍ਹਾਂ, ਕਿਤੇ ਗੁਰੂ ਦੇ ਘਰ ਕਥਾ ਕੀਰਤਨ ਬਾਣੀ ਚੱਲਦੀ ਹੈ ਤੇ ਬਾਣੀ ਜਾ ਕੇ ਸੁਣ ਲਵਾਂ। ਇਹ ਚਾਅ ਹੀ ਨਹੀਂ ਬੰਦੇ ਦੇ ਸੰਗਤ ਦੇ ਅੰਦਰ ਪੈਦਾ ਹੁੰਦਾ। ਤੋ ਜਿਹਦੇ ਅੰਦਰ ਚਾਅ ਨਹੀਂ ਪੈਦਾ ਹੋ ਰਿਹਾ, ਮਤਾਂ ਜਾਣੇ ਕਿ ਮੈਂ ਬੜਾ ਸੁਖੀ ਹਾਂ, ਮੈਂ ਬੜਾ ਸੁੱਖ ਆਰਾਮ ਨਾਲ ਜ਼ਿੰਦਗੀ ਬਤੀਤ ਕਰਨਾ ਹੀ। ਸੰਗਤ ਜੀ ਉਹ ਆਪਣੇ ਵਾਸਤੇ ਗਾਂਹ ਟੋਆ ਪੁੱਟ ਰਿਹਾ ਹੈ, ਨਰਕਾਂ ਨੂੰ ਜਾਣ ਦਾ ਰਸਤਾ ਸਿੱਧਾ ਕਰ ਰਿਹਾ ਹੈ। ਜਿਸ ਬੰਦੇ ਦੇ ਅੰਦਰ ਐਸੇ ਖਿਆਲਾਤ ਨੇ ਤੋ ਮਹਾਰਾਜ ਜੀ ਦੱਸਦੇ ਉਹਦੀ ਬਾਈ ਐਸੀ ਹਾਲਤ ਹੋਈ ਪਈ ਹੈ। ਸਰੀਰ ਜਰੋ ਗੁਣ ਬਾਹਰਾ, ਮਹਾਰਾਜ ਜੀ ਕਹਿੰਦੇ ਬਾਈ ਦੇਖ ਲਓ ਤੁਸੀਂ ਇੱਥੇ ਰੱਬ ਦੇ ਗੁਣ ਨਹੀਂ ਧਾਰਨ ਕੀਤੇ ਤੇ ਗੁਣਾਂ ਤੋਂ ਬਾਹਰ ਹੀ ਰਹਿ ਗਿਆ। ਸਾਡਾ ਅੰਦਰ ਜਿਹੜਾ ਸਰੀਰ ਹੈ ਇਹਨੇ ਤਾਂ ਬਾਹਰ ਸਾੜੀ ਜਾਣਾ ਹੈ। ਜੋ ਗੁਰ ਕਾਰ ਨਾ ਕਮਾਏ, ਜਿਹਨੇ ਗੁਰੂ ਦੀ ਭਗਤੀ ਰੂਪੀ ਸੇਵਾ ਰੂਪੀ ਕਾਰ ਕਮਾਉਣਾ ਹੀ ਨਹੀਂ ਕੀਤੀ ਹੈ, ਇਹੋ ਜਿਹਾ ਸਰੀਰ ਤਾਂ ਮਰ ਕਹਿੰਦੇ ਸੜ ਵਾਲੀ ਜਾਵੇ। ਜਿਹੜਾ ਰੱਬ ਦੇ ਗੁਣਾਂ ਤੋਂ ਬਾਹਰ ਹੈ, ਗੁਰੂ ਦੀ ਕਾਰ ਭਗਤੀ ਨਹੀਂ ਕਮਾਉਂਦਾ। ਜਗਤ ਜਲੰਦਾ ਡਿਠ ਮੈਂ, ਸਤਿਗੁਰੂ ਮਹਾਰਾਜ ਜੀ ਕਹਿੰਦੇ ਸਾਰਾ ਸੰਸਾਰ ਹੀ ਮੈਂ ਸੜਦਾ ਹੋਇਆ ਦੇਖਿਆ। ਅਗਿਆਨਤਾ ਹਉਮੈ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਹਉਮੈ ਦੂਜੈ ਭਾਏ, ਅਹੰਤਾ ਦੇ ਦੂਜੇ ਦਵੈਸ਼ ਭਾਵ ਦੇ ਵਿੱਚ ਹੀ ਸਾਰੇ ਸੰਸਾਰ ਨੂੰ ਮੈਂ ਸੜਦਾ ਹੋਇਆ ਦੇਖਿਆ ਹੈ। ਨਾਨਕ ਗੁਰ ਸਰਨਾਈ ਉਬਰੇ, ਮਹਾਰਾਜ ਜੀ ਕਹਿੰਦੇ ਪਰ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਗਏ ਨੇ ਉਹ ਬਚੇ ਹਨ। ਸੱਚ ਮਨ ਸ਼ਬਦ ਧਿਆਏ, ਕਿਹੜੇ ਬਚੇ ਨੇ ਸ਼ਰਨ ਵਿੱਚ? ਇਹ ਨਹੀਂ ਬਾਹਰੋਂ ਆ ਕੇ ਗੁਰਦੁਆਰੇ 'ਚ ਸੰਗਤ ਜੀ ਬਹਿ ਗਏ, ਜਾਂ ਕਈ ਰਹਿੰਦੇ ਗੁਰਦੁਆਰੇ ਦੇ ਵਿੱਚ ਪਾਠੀ ਗ੍ਰੰਥੀ ਸਿੰਘ ਰਾਗੀ ਸਿੰਘ। ਇਹਦਾ ਭਾਵ ਇਹ ਨਹੀਂ ਕਿ ਉਹ ਸਾਰੇ ਹੁਣ ਬਚ ਗਏ ਨੇ। ਮਹਾਰਾਜ ਕਹਿੰਦੇ ਬਚੇ ਉਹ ਹੈ ਗੁਰੂ ਦੀ ਸ਼ਰਨ ਵਿੱਚ ਆ ਕੇ ਜਿਹੜੇ ਆਪਣੇ ਮਨ ਦੇ ਵਿੱਚ ਸੱਚੇ ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਧਿਆਉਂਦੇ ਨੇ, ਜਾਂ ਮਨ ਦੇ ਵਿੱਚ ਸ਼ਬਦ ਦੁਆਰਾ ਸੱਚ ਧਿਆਏ। ਸੱਚਾ ਨਾਮ ਜਿਹੜੇ ਧਿਆਉਣਾ ਕਰਦੇ ਨੇ ਧਿਆ ਕਰ ਬਿਰਤੀ ਕਰਕੇ, ਜਾਂ ਸੱਚ ਮਨ ਦੇ ਵਿੱਚ ਸੱਚ ਹੀ ਸੱਚ ਜਿਹੜੇ ਭਰ ਲੈਂਦੇ ਨੇ ਅਤੇ ਸ਼ਬਦ ਦੁਆਰਾ ਪਰਮੇਸ਼ਰ ਨੂੰ ਧਿਆਉਂਦੇ ਨੇ, ਉਹ ਹੀ ਭਾਈ ਗੁਰੂ ਦੀ ਸ਼ਰਨ ਵਿੱਚ ਆ ਕੇ ਬਚੇ ਹਨ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਅੱਗੇ ਸਮਝਾਉਂਦੇ ਐ, ਸ਼ਬਦ ਰਤੇ ਹਉਮੈ ਗਈ, ਜਿਹੜੇ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਉਹਨਾਂ ਦੀ ਹਉਮੈ ਆਪੇ ਹੀ ਅੰਦਰੋਂ ਚਲੀ ਜਾਂਦੀ ਹੈ। ਸ਼ੋਭਾਵੰਤੀ ਨਾਰ, ਐਸੀ ਮਹਾਤਮਾ ਰੂਪੀ ਇਸਤਰੀ ਸ਼ੋਭਾ ਵਾਲੀ ਹੋਈ ਹੈ। ਫਿਰ ਕੈ ਭਾਣੈ ਸਦਾ ਚੱਲੈ, ਉਹ ਮਹਾਤਮਾ ਰੂਪੀ ਸੰਗਤ ਜੀ ਸਖੀ ਸਦਾ ਹੀ ਆਪਣੇ ਪਤੀ ਪਰਮੇਸ਼ਰ ਦੇ ਭਾਣੇ ਹੁਕਮ ਵਿੱਚ ਹੀ ਚੱਲਦੀ ਹੈ। ਤਾ ਬਣਿਆ ਸੀਗਾਰ, ਤਾਂ ਉਹਦੇ ਸਾਧਨਾ ਦਾ ਬਣਿਆ ਹੋਇਆ ਸ਼ਿੰਗਾਰ ਸ਼ੋਭਾਦਾਇਕ ਹੋ ਜਾਂਦਾ ਹੈ। ਸੇਜ ਸੁਹਾਵੀ ਸਦਾ ਫਿਰ ਰਤੇ, ਫਿਰ ਰਾਵੈ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਹਿਰਦੇ ਰੂਪੀ ਸੇਜਾ ਸਦਾ ਹੀ ਸ਼ੋਭਨੀਕ ਹੈ ਅਤੇ ਉਹ ਸਦਾ ਹੀ ਆਪਣੇ ਪਿਰ ਪਤੀ ਪ੍ਰਮਾਤਮਾ ਦੇ ਆਨੰਦ ਨੂੰ ਹੀ ਰਾਵੇ।
ਮਾਣਦੀਆਂ ਹਨ ਜਗਿਆਸੂ ਰੂਪੀ ਸਖੀਆਂ। ਹਰ ਵਰ ਪਾਇਆ ਨਾਰ। ਉਹ ਜਗਿਆਸੂ ਰੂਪੀ ਮਹਾਤਮਾ ਰੂਪੀ ਨਾਰ ਇਸਤਰੀ ਨੇ ਪਰਮਾਤਮਾ ਰੂਪੀ ਪਤੀ ਪਾ ਲਿਆ ਹੈ। ਨਾ ਹਰ ਮਰੈ ਨਾ ਦੁਖ ਨਾ ਕਦੇ ਦੁਖ ਲਾਗੈ। ਹਾਂ ਮਹਾਰਾਜ ਜੀ ਕਹਿੰਦੇ ਹੁਣ ਨਾ ਤਾਂ ਉਹ ਹਰ ਪਰਮੇਸ਼ਰ ਮਰਨ ਵਾਲਾ ਹੈ ਤੇ ਨਾ ਹੀ ਕਦੇ ਵਿਛੋੜੇ ਦਾ ਉਹ ਜਗਿਆਸੂ ਰੂਪੀ ਸਖੀ ਨੂੰ ਦੁੱਖ ਹੀ ਲੱਗਦਾ ਹੈ। ਸਦਾ ਸੁਹਾਗਨ ਨਾਰ। ਐਸੀ ਜਗਿਆਸੂ ਰੂਪੀ ਮਹਾਤਮਾ ਰੂਪੀ ਸਖੀ ਸਦਾ ਹੀ ਸੁਹਾਗਣ ਰਹਿੰਦੀ ਹੈ। ਨਾਨਕ ਹਰ ਪ੍ਰਭ ਮੇਰ ਲਈ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਨੇ ਆਪ ਹੀ ਉਹ ਜਗਿਆਸੂ ਮਹਾਤਮਾ ਰੂਪੀ ਇਸਤਰੀ ਸਖੀ ਆਪਣੇ ਮੇਲ ਵਿੱਚ ਮੇਲ ਲਈ ਹੈ। ਗੁਰ ਕੈ ਹਿਤ ਪਿਆਰ। ਜਿਨ੍ਹਾਂ ਦਾ ਗੁਰੂ ਦੇ ਸੰਗਤ ਜੀ ਹਿਤ ਵਿੱਚ ਹੀ ਪਿਆਰ ਲੱਗਾ ਹੋਇਆ, ਜਾਂ ਜਿਨ੍ਹਾਂ ਨੇ ਗੁਰੂ ਦੇ ਨਾਲ ਕੇਵਲ ਪਿਆਰ ਹੀ ਪਿਆਰ ਕੀਤਾ ਹੈ, ਉਹਨਾਂ ਨੂੰ ਪ੍ਰਮਾਤਮਾ ਨੇ ਆਪਣੇ ਨਾਲ ਮੇਲ ਲਿਆ ਹੈ। ਪੌੜੀ ਜਿਨਾ ਗੁਰ ਗੋਪਿਆ ਆਪਣਾ। ਪੌੜੀ ਵਿੱਚ ਮਹਾਰਾਜ ਜੀ ਫਰਮਾਉਂਦੇ ਭਾਈ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ ਲੁਕੋ ਕੇ ਰੱਖਿਆ ਹੈ, ਭਾਵ ਗੁਰੂ ਤਾਂ ਧਾਰਨ ਕੀਤਾ ਪਰ ਦੂਜੇ ਨੂੰ ਗੁਰੂ ਦੱਸਣ ਦੀ ਹਿੰਮਤ ਨਹੀਂ ਪਈ ਕਿ ਅਸੀਂ ਗੁਰੂ ਕਿਹੜਾ ਧਾਰਿਆ ਹੈ। ਤੇ ਨਰ ਬਰਿਆਰੀ। ਉਹ ਬੰਦੇ ਬੜੇ ਬੁਰੇ ਹਨ। ਮਹਾਰਾਜ ਜੀ ਕਹਿੰਦੇ ਤੇ ਨਰ ਉਹ ਮਨੁੱਖ ਸੰਸਾਰ ਵਿੱਚ ਬਹੁਤ ਬੁਰੇ ਹੈ ਜਿਹੜੇ ਆਪਣੇ ਗੁਰੂ ਨੂੰ ਲੁਕੋ ਕੇ ਰੱਖਦੇ ਹੈ। ਕਈ ਵਾਰ ਆਪਾਂ ਦੇਖਦੇ ਨਾ ਸਾਧ ਸੰਗਤ ਜੀ, ਕਈ ਆਪਾਂ ਦੂਜਿਆਂ ਦਾ ਕੀ ਗੱਲ ਕਰੀਏ, ਆਪਣੀ ਗੱਲ ਹੀ ਕਰੀਏ। ਸਿੱਖਾਂ ਵਿੱਚ ਗੁਰੂ ਵਾਲੇ ਬਣਨ ਦੀ ਨਿਸ਼ਾਨੀ ਹੈ 5 ਕਕਾਰਾਂ ਦੀ। ਜਿਹੜੇ ਸਾਡੇ 5 ਕਕਾਰ ਹੈ, ਸਿਰ ਦੇ ਉੱਤੇ ਕੇਸ ਨੇ, ਕੰਘਾ ਹੈ, ਕੜਾ, ਕਿਰਪਾਨ ਔਰ ਕਛਹਿਰਾ ਹੈ। ਇਹ 5 ਕਕਾਰ ਇਹ ਗੁਰੂ ਦੀ ਦਿੱਤੀ ਹੋਈ ਸਾਨੂੰ ਅਮੋਲਕ ਦਾਤ ਹੈ, ਗੁਰੂ ਦੀ ਨਿਸ਼ਾਨੀ ਹੈ। ਇਹਨਾਂ ਕਰਕੇ ਪਤਾ ਚੱਲਦਾ ਹੈ ਕਿ ਇਹ ਗੁਰੂ ਦਾ ਹੈ, ਗੁਰੂ ਦਾ ਸਿੱਖ ਹੈ। ਇਹਨਾਂ ਤੋਂ ਇਲਾਵਾ ਜਿਹੜੇ ਨੇ ਉਹ ਸ਼ਰਧਾਲੂ ਜ਼ਰੂਰ ਹੋ ਸਕਦੇ ਹੈ ਪਰ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਹਨ। ਇਹ ਰੀਤੀ ਹੈ ਮਹਾਰਾਜ ਜੀ ਦੀ। ਕਈ ਵਾਰੀ ਆਪਾਂ ਸਮਝ ਲੈਂਦੇ ਹਾਂ ਨਾ ਕਿ ਦੇਖੋ ਜੀ ਸਾਡੇ ਨਾਮ ਦੇ ਨਾਲ ਵੀ ਸਿੰਘ ਲੱਗਦਾ ਹੈ ਅਤੇ ਅਸੀਂ ਵੀ ਗੁਰੂ ਘਰ ਦੇ ਵਿੱਚ ਹੀ ਆਉਂਦੇ ਹੈ। ਠੀਕ ਹੈ, ਇਹ ਸਾਡੀ ਸ਼ਰਧਾ ਹੈ, ਭਾਵਨਾ ਹੈ, ਅਸੀਂ ਸ਼ਰਧਾਲੂ ਹੋ ਸਕਦੇ ਹਾਂ ਪਰ ਸਿੰਘ ਨਹੀਂ ਹੋ ਸਕਦੇ ਸੰਗਤ ਜੀ। ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹੋ ਗਏ ਨਾ ਕਿ ਉਹੀ ਸਾਡਾ ਸਿੱਖ ਹੈ, ਉਹੀ ਸਾਡਾ ਸਿੰਘ ਹੈ ਜਿਹੜਾ ਖੰਡੇ ਬਾਟੇ ਦੀ ਪੌਲ ਛਕਦਾ ਹੈ, 5 ਕਕਾਰਾਂ ਦਾ ਧਾਰਨੀ ਰਹਿਤ ਬਹਿਤ ਵਿੱਚ ਰਹਿੰਦਾ ਹੈ। ਇਸ ਕਰਕੇ ਆਪਾਂ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਅਪਮਾਨ ਨਹੀਂ ਕਰ ਸਕਦੇ ਹਾਂ। ਹਾਂ ਆਪਾਂ ਇਹ ਕਹਿ ਸਕਦੇ ਹਾਂ ਜ਼ਰੂਰ ਵੀ ਉਹ ਸ਼ਰਧਾਵਾਨ ਸ਼ਰਧਾਲੂ ਸੰਗਤ ਆਉਂਦੀ ਹੈ ਗੁਰੂ ਕੇ ਦਰਬਾਰ ਵਿੱਚ, ਪਰ ਸਿੱਖੀ ਦਾ ਤਾਂ ਇਹ, ਕਿਉਂਕਿ ਹੁਣ ਜਿਵੇਂ ਆਪਾਂ ਕਹੀਏ ਕਚਹਿਰੀਆਂ ਹੁੰਦੀਆਂ ਨੇ, ਉੱਥੇ ਜੱਜ ਨੇ, ਵਕੀਲ ਬੈਠਦੇ ਨੇ। ਇੱਕ ਬੰਦਾ ਜਾਂਦਾ ਆਮ ਪਿੰਡੋਂ ਉੱਠ ਕੇ ਗਿਆ, ਹੁਣ ਉੱਥੇ ਜਾ ਕੇ ਆਖੇ ਕਿ ਜੋ ਇਹਨਾਂ ਵਕੀਲਾਂ ਦਾ, ਜੋ ਇਹਨਾਂ ਜੱਜਾਂ ਦਾ ਰੁਤਬਾ ਹੈ ਉਹ ਹੀ ਮੇਰਾ ਹੈ, ਉਹ ਤਾਂ ਮੂਰਖਤਾ ਹੋਏਗੀ ਨਾ। ਹੁਣ ਜੱਜ ਜਿਹੜਾ ਬਣਿਆ ਉਹਦੇ ਵਾਸਤੇ ਉਹ ਪੜ੍ਹਾਈ ਹੈ, ਵਕੀਲ ਵਾਸਤੇ ਉਹ ਪੜ੍ਹਾਈ ਹੈ। ਉੱਥੇ ਜਿਹੜੇ ਮੁਨਸ਼ੀ ਲੱਗੇ ਹੋਏ ਨੇ ਉਹਨਾਂ ਦੀ ਪੜ੍ਹਾਈ ਉਹ ਹੈ ਨਾ, ਕੋਈ ਹੈ ਤਾਂ ਉਹ ਵੀ ਇਨਸਾਨ ਹੈ, ਅਤੇ ਜਿਹੜੇ ਦੂਜੇ ਬੰਦੇ ਗਏ ਹੈ ਜਿਨ੍ਹਾਂ ਦੇ ਕੇਸ ਚੱਲ ਰਿਹਾ ਹੈ ਉਹ ਵੀ ਇਨਸਾਨ ਹੀ ਨੇ, ਪਰ ਫਰਕ ਹੈ ਉਹਨਾਂ ਨੇ ਸੰਗਤ ਦੀ ਮੋਹਰ ਲੱਗੀ ਹੋਈ ਹੈ, ਉਹਨਾਂ ਦੀ ਵਰਦੀ ਪਾਈ ਹੋਈ ਹੈ। ਇਸ ਕਰਕੇ ਉਹ ਉੱਥੋਂ ਦੇ ਅਖਵਾਉਣ ਦੇ ਹੱਕਦਾਰ ਨੇ, ਦੂਜੇ ਨਹੀਂ। ਦੂਜਾ ਬੰਦਾ ਆਖੇਗਾ ਕਿ ਮੈਂ ਵੀ ਵਕੀਲ ਹੀ ਹਾਂ, ਮੈਂ ਵੀ ਜੱਜ ਹੀ ਹਾਂ, ਤਾਂ ਉਹ ਫਿਰ ਜ਼ਿਆਦਾ ਸਜ਼ਾ ਦੇਣਗੇ। ਇਸੇ ਤਰ੍ਹਾਂ ਗੁਰੂ ਨਾਨਕ ਦੇ ਘਰ ਦੇ ਵਿੱਚ 5 ਕਕਾਰਾਂ ਨੂੰ ਜਿਹਨੇ ਧਾਰਨ ਕੀਤਾ ਹੈ ਨਾ, ਉਹ ਗੁਰੂ ਦਾ ਹੈ ਸਿੰਘ, ਉਹ ਹੀ ਕੌਰ ਹੈ। ਬਾਕੀ ਆਪਣੇ ਨਾਮ ਦੇ ਨਾਲ ਜਿਵੇਂ ਮਰਜ਼ੀ ਚਲੋ ਲਵਾਈ ਜਾਂਦੇ ਨੇ, ਉਹ ਸੰਗਤ ਰੂਪ ਵਿੱਚ ਬਹਿ ਸਕਦੇ, ਆ ਸਕਦੇ, ਸ਼ਰਧਾਲੂ ਖਵਾ ਸਕਦੇ, ਪਰ ਸਿੰਘ ਨਹੀਂ ਆਪਾਂ ਕਹਿ ਸਕਦੇ। ਠੀਕ ਹੈ, ਸਿੱਖਾਂ ਦੇ ਘਰ ਵਿੱਚ ਹੀ ਚਾਹੇ ਉਹਨਾਂ ਦਾ ਜਨਮ ਸੰਗਤ ਜੀ ਹੋਇਆ ਹੈ, ਪਰੰਤੂ ਜਿੰਨਾ ਚਿਰ ਤੱਕ ਇਹ 5 ਕਕਾਰ ਨਹੀਂ ਹਨ ਤੇ ਨਹੀਂ ਆਪਾਂ ਖਵਾ ਸਕਦੇ। ਇਹ ਗੱਲ ਬਿਲਕੁਲ ਸੱਚੀ ਹੈ। ਹੋ ਸਕਦਾ ਕਈ ਵਾਰੀ ਸੰਗਤ ਜੀ ਇਹ ਗੱਲ ਸਾਨੂੰ ਸੁਣਨ ਵਿੱਚ ਔਖੀ ਲੱਗੇ ਵੀ ਇੱਦਾਂ ਵੀ ਹੋ ਸਕਦਾ, ਪਰ ਇਹ ਸੱਚ ਹੈ, ਇੱਦਾਂ ਹੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੰਗਤ ਜੀ ਸਾਨੂੰ 5 ਕਕਾਰ ਬਖਸ਼ਿਸ਼ ਕੀਤੇ ਹੋਏ ਹਨ। ਇਹ ਗੁਰੂ ਦੀਆਂ ਪਵਿੱਤਰ ਨਿਸ਼ਾਨੀਆਂ ਨੇ, ਇਹਨਾਂ ਕਰਕੇ ਅਸੀਂ ਸਿੰਘ ਲੱਗਦੇ ਹਾਂ। ਪਰ ਕਈ ਵਾਰੀ ਜਦੋਂ ਕਿਤੇ ਬੰਦਾ ਵਿਆਹ ਸ਼ਾਦੀਆਂ 'ਚ ਜਾਂ ਅੰਦਰ ਬਾਹਰ ਜਾਂਦਾ ਹੈ ਤਾਂ ਇਹ ਜਿਹੜੇ ਕਕਾਰ ਨੇ 5, ਇਹ ਬੰਦੇ ਨੂੰ ਫਿਰ ਆਪਣੇ ਆਪ ਵਿੱਚ ਸ਼ਰਮ ਮਹਿਸੂਸ ਕਰਦਾ
ਕਿ ਲੋਕ ਕੀ ਆਖਣਗੇ, ਲੈ ਇਹ ਬਾਬਾ ਜਿਹਾ ਬਣਿਆ ਫਿਰਦਾ ਹੈ। ਇੱਦਾਂ ਉਹ ਆਪਣੇ ਆਪ ਦੇ ਵਿੱਚ ਸੰਗਤ ਦੀ ਸ਼ਰਮ ਮਹਿਸੂਸ ਕਰਦਾ। ਅਤੇ ਕਈ ਤਾਂ ਫਿਰ ਉਹ ਜਿਹੜੇ ਕਿਰਪਾਨ, ਖਾਸ ਕਰਕੇ ਕਿਰਪਾਨ, ਕਿਉਂਕਿ ਬਾਕੀ ਕਕਾਰ ਤਾਂ ਕਛਹਿਰਾ ਥੱਲੇ ਪਾਇਆ ਹੋਇਆ, ਤੇੜ ਉਤੋਂ ਦੀ ਪੈਂਟ ਪਾ ਲਈ ਹੈ, ਅਤੇ ਕੇਸ ਨੇ, ਕੰਘਾ ਹੈ, ਉਹ ਤਾਂ ਦਸਤਾਰ ਦੇ ਵਿੱਚ ਪਏ ਹੋਏ ਨੇ, ਅਤੇ ਕੜਾ ਹੱਥ ਦੇ ਵਿੱਚ, ਇਹ ਤਾਂ ਆਮ ਚਲੋ ਸਾਰਿਆਂ ਨੇ ਪਾਇਆ ਹੀ ਹੁੰਦਾ। ਅਤੇ ਕਿਰਪਾਨ ਕਰਕੇ ਕਹਿੰਦੇ ਕਿ ਵਿਸ਼ੇਸ਼ ਕਰਕੇ ਪਤਾ ਚੱਲ ਜਾਂਦਾ ਕਿ ਇਹਨੇ ਅੰਮ੍ਰਿਤ ਛਕਿਆ ਹੋਇਆ। ਤੋ ਇਸ ਕਰਕੇ ਸੰਗਤ ਜੀ ਫਿਰ ਉਹ ਕਈ ਤਾਂ ਕਿਰਪਾਨ ਲਾ ਕੇ ਹੀ ਚਲੇ ਜਾਂਦੇ ਨੇ। ਉਹ ਕਹਿੰਦੇ ਚੱਲ ਕੋਈ ਨਹੀਂ, ਆ ਕੇ ਪਾ ਲਾਂਗੇ, ਵਿਆਹ ਸ਼ਾਦੀ 'ਚ ਜਾਣਾ ਹੈ, ਖੁਸ਼ੀ ਦੇ ਮੌਕੇ ਜਾਣਾ ਹੈ, ਇੱਦਾਂ ਕਈ ਕੰਮ ਕਰ ਲੈਂਦੇ ਨੇ। ਉਹ ਮਹਾਰਾਜ ਜੀ ਕਹਿੰਦੇ ਬੜੇ ਬੁਰੇ ਬੰਦੇ ਨੇ। ਆਹ ਦੇਖੋ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ, ਜਿਨ ਗੁਰ ਗੋਪਿਆ ਆਪਣਾ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ, ਗੁਪਤ ਕਰ ਲਿਆ, ਲੁਕਾ ਲਿਆ। ਮਹਾਰਾਜ ਕਹਿੰਦੇ ਤੇ ਨਰ ਬੁਰੇ ਆਰੀ, ਉਹ ਨਰ, ਉਹ ਬੰਦੇ ਬੜੇ ਬੁਰੇ ਨੇ, ਭੈੜੇ ਨੇ। ਇਸ ਕਰਕੇ ਜਿਹੜੇ ਤਾਂ ਗੁਰੂ ਵਾਲੇ ਹੈ ਹੀ ਨਹੀਂ ਸੰਗਤ ਜੀ, ਉਹਨਾਂ ਦੀ ਗੱਲ ਨਹੀਂ। ਜਿਹੜੇ ਗੁਰੂ ਵਾਲੇ ਹੋ ਕੇ ਵੀ ਆਪਣੇ ਗੁਰੂ ਨੂੰ ਲੁਕੋ ਕੇ ਰੱਖਦੇ ਹੈ, ਮਹਾਰਾਜ ਕਹਿੰਦੇ ਉਹ ਬੜੇ ਬੁਰੇ ਹਨ। ਜਿਵੇਂ ਇੱਕ ਕੋਈ ਸੰਗਤ ਜੀ ਮਦਾਰੀ ਕਿਸੇ ਨਗਰ ਵਿੱਚ ਤਮਾਸ਼ਾ ਕਰ ਰਿਹਾ ਸੀ, ਅਤੇ ਤਮਾਸ਼ਾ ਕਰਦੇ ਕਰਦੇ ਸੰਗਤ ਜੀ ਤਾਂ ਨੂੰ ਕੋਈ ਚੀਜ਼ ਸੁੱਟੀ, ਦੰਦਾਂ ਨਾਲ ਉਹਨੇ ਬੋਝ ਲਈ। ਇਹ ਦੇਖ ਕਰਕੇ ਅਤੇ ਇੱਕ ਕੋਈ ਉੱਥੇ ਸੰਗਤ ਜੀ ਜੱਟ ਤੁਰਿਆ ਜਾ ਰਿਹਾ ਸੀ, ਉਹਨੇ ਵੇਖਿਆ ਅਤੇ ਉਹ ਵੇਖ ਕੇ ਹੱਸ ਪਿਆ। ਲੋਕ ਕਹਿਣ ਲੱਗੇ ਤੂੰ ਹੱਸ ਪਿਆ, ਦੇਖ ਤਾਂ ਸਹੀ ਕਿੰਨਾ ਵੱਡਾ ਇਹਨੇ ਕਰਤੱਵ ਦਿਖਾਇਆ ਹੈ। ਆਹ ਤਿੱਖੀ ਚੀਜ਼ ਸੀ ਤਾਂ ਸੁੱਟ ਕੇ ਦੰਦਾਂ ਨਾਲ ਬੋਝ ਲਈ, ਇਹ ਔਖਾ ਹੈ ਨਾ ਕੰਮ। ਉਹ ਕਹਿੰਦਾ ਕਾਹਦਾ ਔਖਾ, ਬੜਾ ਸੌਖਾ ਹੀ ਹੈ। ਕਹਿੰਦੇ ਫਿਰ ਤੂੰ ਕਰਕੇ ਦਿਖਾ ਸਾਂ ਭਲਾ। ਕਹਿੰਦੇ ਮੈਂ ਕਰ ਦਿੰਦਾ, ਮੈਨੂੰ ਕਾਹਦਾ ਔਖਾ। ਕੀ ਹੋਇਆ ਸਾਧ ਸੰਗਤ ਜੀ, ਉਹਨੇ ਕਿਹਾ ਕਿ ਮੈਂ ਆਹ ਛੋਟੀਆਂ ਛੋਟੀਆਂ ਸੂਈਆਂ ਨਹੀਂ, ਮੈਂ ਤਾਂ ਵੱਡਾ ਬਰਛਾ ਸੁੱਟਾਂਗਾ। ਉਹਨੇ ਤਾਂ ਉਹਨੂੰ ਸੰਗਤ ਜੀ ਬਰਛਾ ਸੁੱਟਿਆ, ਅਤੇ ਬਰਛਾ ਜਦੋਂ ਥੱਲੇ ਨੂੰ ਆਇਆ ਤਾਂ ਦੰਦਾਂ ਨਾਲ ਬੋਝ ਲਿਆ। ਸਾਰੇ ਦੇਖ ਕੇ ਬੜੇ ਹੈਰਾਨ ਹੋਏ, ਕਹਿਣ ਲੱਗੇ ਜੀ ਇਹ ਤਾਂ ਮਦਾਰੀ ਨਾਲੋਂ ਵੀ ਜ਼ਿਆਦਾ ਹੁਨਰਦਾਰ ਹੈ, ਕਿੰਨਾ ਵੱਡਾ ਇਹਨੇ ਕਰਤੱਵ ਦਿਖਾ ਦਿੱਤਾ, ਕਿੱਡਾ ਵੱਡਾ ਬਰਛਾ ਦੰਦਾਂ ਨਾਲ ਬੋਝ ਲਿਆ। ਇਹ ਦੇਖ ਕੇ ਤੇ ਕਹਿੰਦੇ ਮਦਾਰੀ ਨੇ ਵੀ ਉਹਨੂੰ ਸ਼ਾਬਾਸ਼ੀ ਦਿੱਤੀ। ਕਹਿਣ ਲੱਗੇ ਕਿ ਭਾਈ ਤੂੰ ਬੜਾ ਕਾਮਲ ਹੈ, ਚੰਗਾ ਉਸਤਾਦਾਂ ਦਾ ਚੰਡਿਆ ਹੋਇਆ ਹੈ, ਦੱਸ ਮੈਨੂੰ ਤੇਰਾ ਗੁਰੂ ਕੌਣ ਹੈ। ਉਹ ਕਹਿਣ ਲੱਗਾ ਨਾ ਜੀ ਨਾ, ਮੈਂ ਨਹੀਂ ਕਿਸੇ ਨੂੰ ਕਦੀ ਗੁਰੂ ਧਾਰਨ ਕੀਤਾ, ਇਹ ਤਾਂ ਮੈਂ ਆਪਣੇ ਆਪ ਹੀ ਸਿੱਖਿਆ ਹੋਇਆ ਹੈ। ਕਹਿਣ ਲੱਗੇ ਨਹੀਂ, ਕੋਈ ਵੀ ਗੁਣ ਆਪਣੇ ਆਪ ਨਹੀਂ ਆਉਂਦਾ, ਕਿਤੇ ਆਉਂਦਾ ਕਿਤੋਂ ਸਿੱਖਣਾ ਹੀ ਪੈਂਦਾ ਹੈ। ਦੱਸ ਇਹ ਕਿੱਥੋਂ ਸਿੱਖਿਆ ਹੈ। ਕਹਿੰਦਾ ਨਹੀਂ ਮੈਂ ਨਹੀਂ ਸਿੱਖਿਆ ਕਿਤੇ, ਮੈਨੂੰ ਆਪਣੇ ਆਪ ਹੀ ਆਉਂਦਾ। ਹੰਕਾਰ ਕੀਤਾ। ਕਹਿੰਦੇ ਸੱਚੀ ਕਹਿਣਾ। ਕਹਿੰਦੇ ਹਾਂ। ਕਹਿੰਦੇ ਲੈ ਫਿਰ ਦੁਬਾਰਾ ਬੋਝ ਕੇ ਦਿਖਾ ਹੁਣ। ਉਹਨੇ ਸੰਗਤ ਜੀ ਬਰਛਾ ਤਾਂ ਸੁੱਟਿਆ ਅਤੇ ਫਿਰ ਬੋਝਣ ਲੱਗਾ, ਅਤੇ ਉਹਦੇ ਕੋਲ ਦੂਜੀ ਵਾਰੀ ਬੋਝਿਆ ਨਾ ਗਿਆ, ਤਾਂ ਉਹਦੇ ਦੰਦ ਟੁੱਟ ਗਏ 3-4। ਸਾਰੇ ਦੇਖ ਕੇ ਲੋਕ ਹੱਸ ਵੀ ਪਏ, ਅਤੇ ਉਹ ਦੰਦ ਟੁੱਟ ਕੇ ਉਹਦੇ ਲਹੂ ਨਿਕਲਣ ਲੱਗ ਪਿਆ ਮੂੰਹ ਦੇ ਵਿੱਚੋਂ। ਚਲੋ ਉਹਨੇ ਮਦਾਰੀ ਨੇ ਲੂਣ ਦਿੱਤਾ, ਥੋੜ੍ਹਾ ਜਿਹਾ ਉਹਨੂੰ ਦਵਾਈ ਬੂਟੀ ਦਿੱਤੀ, ਥੋੜ੍ਹਾ ਠੀਕ ਹੋਇਆ। ਪੁੱਛਿਆ, ਕਹਿਣ ਲੱਗੇ ਦੱਸ ਤੇਰਾ ਗੁਰੂ ਕੌਣ ਸੀ, ਝੂਠ ਕਿਉਂ ਬੋਲਿਆ। ਕਹਿਣ ਲੱਗਾ ਗੱਲ ਇਹ ਸੀ ਕਿ ਜੀ ਮੈਂ ਖੇਤਾਂ ਨੂੰ ਜਾ ਰਿਹਾ ਸਾਂ, ਰਸਤੇ ਦੇ ਵਿੱਚ ਨਦੀ ਦੇ ਕਿਨਾਰੇ ਇੱਕ ਬਗਲਾ ਸੀ, ਉਹ ਡੱਡੀਆਂ ਨੂੰ, ਨਦੀ ਵਿੱਚੋਂ ਮੱਛੀਆਂ ਡੱਡੀਆਂ ਨੂੰ ਚੁੱਕੇ ਤਾਂ ਨੂੰ ਸੁੱਟੇ ਅਤੇ ਬੋਝ ਕੇ ਖਾ ਲਏ। ਕਹਿੰਦੇ ਮੇਰੇ ਮਨ 'ਚ ਖਿਆਲ ਆਇਆ ਕਿ ਲੈ ਆਪਾਂ ਵੀ ਆਹ ਕੰਮ ਕਰੀਏ। ਕਹਿੰਦੇ ਮੈਂ ਕੀ ਕੀਤਾ ਕਿ ਦਾਤਰੀ ਮੇਰੇ ਕੋਲੇ ਸੀ, ਜਾਂਦੇ ਜਾਂਦੇ ਮੈਂ ਚਰੀ ਦਾ ਟਾਂਡਾ ਤੋੜਿਆ, ਵੱਢਿਆ, ਥੋੜ੍ਹਾ ਜਿਹਾ ਘੱਟ ਕੇ ਤਾਂ ਸੁੱਟਿਆ, ਦੰਦਾਂ ਨਾਲ ਬੋਝ ਲਿਆ। ਇੱਦਾਂ ਕਹਿੰਦੇ ਹੌਲੀ ਹੌਲੀ ਮੇਰਾ ਅਭਿਆਸ ਹੋਇਆ, ਅਤੇ ਹੌਲੀ ਹੌਲੀ ਮੈਂ ਦਾਤਰੀ ਸੁੱਟ ਕੇ ਦਾਤਰੀ ਬੋਝਣੀ ਸ਼ੁਰੂ ਕਰ ਦਿੱਤੀ ਸੀ, ਅਤੇ ਕਰਦਿਆਂ ਕਰਾਉਂਦਿਆਂ ਹੌਲੀ ਹੌਲੀ ਵੱਡੀਆਂ ਵੱਡੀਆਂ ਜਿਹੜੀਆਂ ਡਾਂਗਾਂ ਸਨ ਉਹ ਸੁੱਟ ਕੇ ਮੈਂ ਬੋਝ ਲੈਂਦਾ ਸਾਂ। ਇੱਦਾਂ ਕਹਿੰਦੇ ਮੈਂ ਬਗਲੇ ਤੋਂ ਸਿੱਖਿਆ ਸੀ। ਕਹਿੰਦੇ ਇਹਦਾ ਮਤਲਬ ਤੇਰਾ ਫਿਰ ਗੁਰੂ ਉਸਤਾਦ ਬਗਲਾ ਹੀ ਹੋਇਆ ਹੈ ਨਾ, ਫਿਰ ਉਹਦੇ ਕੋਲ ਤੂੰ ਗੁਣ ਸਿੱਖਿਆ ਸੀ, ਪਰ ਸ਼ਰਮ ਦੇ ਕਰਕੇ ਤੂੰ ਇੱਥੇ ਨਾਂ ਨਹੀਂ ਲੈ ਸਕਿਆ ਉਹਦਾ। ਕਹਿੰਦੇ ਇਸ ਕਰਕੇ ਪਹਿਲੀ ਵਾਰ ਤਾਂ ਤੂੰ ਉਸ ਗੁਣ ਦਾ ਲਾਹਾ ਲੈ ਲਿਆ, ਪਰ ਜਦੋਂ ਤੂੰ ਮੁੱਕਰ ਗਿਆ ਕਿ ਤੂੰ ਕਿਸੇ ਗੁਰੂ ਤੋਂ, ਕਿਸੇ ਉਸਤਾਦ ਤੋਂ ਵਿਦਿਆ ਨਹੀਂ ਸਿੱਖੀ, ਆਪਣੇ ਆਪ ਸਿੱਖਿਆ, ਕਹਿੰਦੇ ਫਿਰ ਉਸ ਗੁਣ ਨੇ ਤੇਰੀ ਸਹਾਇਤਾ ਨਹੀਂ ਕੀਤੀ, ਇਸ ਕਰਕੇ ਤੇਰਾ ਨੁਕਸਾਨ ਹੋ ਗਿਆ। ਇੱਕ ਉਦਾਹਰਣ ਹੈ ਸੰਗਤ ਜੀ। ਇਸੇ ਤਰ੍ਹਾਂ ਮਹਾਰਾਜ ਜੀ ਦੱਸ ਰਹੇ ਨੇ, ਸਤਿਗੁਰੂ ਜੀ ਕਹਿੰਦੇ ਜਿਨ ਗੁਰ ਗੋਪਿਆ ਆਪਣਾ, ਜਿਨ੍ਹਾਂ ਲੋਕਾਂ ਨੇ ਆਪਣੇ ਗੁਰੂ ਨੂੰ ਛੁਪਾ ਲਿਆ ਹੈ, ਨਹੀਂ ਦੱਸਦੇ ਕਿ ਮੇਰਾ ਗੁਰੂ ਕੌਣ ਹੈ। ਮਹਾਰਾਜ ਜੀ ਕਹਿੰਦੇ ਉਹ ਨਰ ਬੜੇ ਬੁਰੇ ਹਨ ਸੰਸਾਰ ਦੇ ਵਿੱਚ। ਇਸ ਕਰਕੇ ਸੰਗਤ ਜੀ ਗੁਰ ਕੀ ਕੀਰਤ ਅਪਰੋਖ ਰਰੇ,
ਉਪਰੋਕਤ ਦਾ ਅਰਥ ਹੁੰਦਾ ਸੰਗਤ ਜੀ ਸਾਹਮਣੇ ਗੁਰੂ ਦੀ ਵਡਿਆਈ ਸਾਹਮਣੇ ਕਰੇ। ਜਿਵੇਂ ਆਮਨੀ ਉਦਾਹਰਣ ਨੱਚਣ ਲੱਗੀ ਤਾਂ ਘੁੰਡਕਾ ਦਾ ਭਾਈ ਭਗਤ ਕਬੀਰ ਸਾਹਿਬ ਜੀ ਨੇ ਵੀ ਸੰਗਤ ਦੀ ਬਾਣੀ 'ਚ ਦੱਸਿਆ, ਨਾਚਣ ਲੱਗੀ ਤਬ ਘੂੰਗਟ ਕੈਸਾ। ਜਦੋਂ ਨੱਚਣ ਲੱਗ ਪਈ ਤਾਂ ਹੁਣ ਘੁੰਡਕਾ ਦਾ ਕਹਿੰਦੇ ਰਹਿ ਗਿਆ। ਫਿਰ ਇਸੇ ਤਰ੍ਹਾਂ ਜਦੋਂ ਹੁਣ ਬਾਣੀ ਗਏ ਆ ਗੁਰੂ ਵਾਲੇ, ਤੇ ਫਿਰ ਕਾਹਦੀ ਹੁਣ ਸ਼ਰਮ ਕਰਨੀ ਕਿ ਲੋਕ ਕੀ ਆਖਰ। ਲੋਕਾਂ ਦਾ ਕੀ ਹੈ ਸੰਗਤ ਜੀ, ਲੋਕਾਂ ਨੂੰ ਚਾਹੇ ਤੁਸੀਂ ਜੋ ਮਰਜ਼ੀ ਬਣ ਕੇ ਦਿਖਾ ਦਿਓ, ਲੋਕ ਨਹੀਂ ਕਦੀ ਵੀ ਪ੍ਰਤੀਤ ਕਰਨ ਵਾਲੇ, ਭਤੀਜਣ ਵਾਲੇ ਨਹੀਂ ਹਨ। ਲੋਕਾਂ ਦੇ ਕਦੀ ਨਹੀਂ ਸੰਗਤ ਜੀ ਮਨ ਭਰਨੇ। ਇੱਕ ਪਾਸੇ ਚੰਗਾ ਕਰੋਗੇ ਉਹਨਾਂ ਦੂਜੇ ਪਾਸੇ ਕੋਈ ਨਾ ਕੋਈ ਗਲਤੀ ਫੜ ਲੈਣੀ। ਅਤੇ ਲੋਕਾਂ ਦੀ ਜੇ ਖੁਸ਼ਾਮਦੀ ਕਰਦੇ ਰਹਿ ਗਏ ਫਿਰ ਤਾਂ ਨਹੀਂ ਬੰਦਾ ਕੋਈ ਤਰੱਕੀ ਕਰ ਸਕਦਾ ਹੈ। ਇਸ ਕਰਕੇ ਜਿਸ ਨੇ ਵੀ ਸੰਗਤ ਜੀ ਦੁਨੀਆ ਦੇ ਵਿੱਚ ਵੀ ਜੇ ਤਰੱਕੀ ਕੋਈ ਪਾਉਣੀ ਹੈ ਤਾਂ ਉਸ ਨੂੰ ਫਿਰ ਲੋਕਾਂ ਦੀ ਕਾਣ ਕਨੌੜ ਛੱਡਣੀ ਪੈਂਦੀ ਹੈ। ਅਤੇ ਰੱਬ ਵਾਲੇ ਪਾਸੇ ਵੀ ਜੇ ਤੁਰਨਾ ਹੈ ਤਾਂ ਇੱਧਰ ਵੀ ਲੋਕਾਂ ਦੀ ਕਾਣ ਕਨੌੜ ਛੱਡਣੀ ਪੈਂਦੀ। ਛੱਡੀ ਨਾ ਭਗਤ ਨਾਮਦੇਵ ਜੀ ਨੇ, ਛੱਡੀ ਹੈ ਭਗਤ ਕਬੀਰ ਸਾਹਿਬ ਜੀ ਨੇ। ਅਤੇ ਉਹਨਾਂ ਨੇ ਦੱਸਿਆ ਵੀ ਹੈ ਸੰਗਤ ਜੀ ਬਾਣੀ 'ਚ ਮਹਾਰਾਜ ਕਹਿੰਦੇ ਨੇ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਲ, ਜਾਂ ਤੇਰੀ ਭਗਤ ਨਾ ਛੱਡੋ ਭਾਵੇਂ ਲੋਕ ਹੱਸੈ। ਨਾਮਦੇਵ ਜੀ ਕਹਿੰਦੇ ਨੇ ਮਹਾਰਾਜ ਚਾਹੇ ਆ ਲੋਕ ਦੁਨੀਆ ਦੇ ਹੱਸਦੇ ਰਹਿਣ, ਮੇਰੇ 'ਤੇ ਹਾਸੀ ਕਰਨ, ਜਾਂ ਉਹ ਜਾਂਦਾ ਹੀ ਭਗਤ, ਕਹਿੰਦੇ ਜੋ ਮਰਜ਼ੀ ਮੈਨੂੰ ਕਹਿਣ ਪਰ ਮੈਂ ਤੇਰੀ ਬੰਦਗੀ ਨਹੀਂ ਛੱਡਾਂਗਾ। ਇੱਦਾਂ ਕਹਿੰਦੇ ਲੋਕਾਂ ਦੀ ਫਿਰ ਛੱਡਣੀ ਪੈਂਦੀ ਹੈ। ਤਾਂ ਮਹਾਰਾਜ ਕਹਿੰਦੇ ਇਸ ਕਰਕੇ ਇਸ ਭੁਲੇਖੇ 'ਚ ਨਹੀਂ ਪੈਣਾ ਭਾਈ, ਆਪਣੇ ਗੁਰੂ ਨੂੰ ਕਦੀ ਨਹੀਂ ਲੁਕੋ ਕੇ ਰੱਖਣਾ ਹੈ। ਸਾਡਾ ਗੁਰੂ ਕੋਈ ਗੁਨਾਹਗਾਰ ਥੋੜ੍ਹੀ ਹੈ, ਸਾਡਾ ਗੁਰੂ ਤਾਂ ਸੰਗਤ ਦੀ ਕੁੱਲ ਦੁਨੀਆ ਦਾ ਮਾਲਕ ਹੈ, ਸਾਰੀ ਦੁਨੀਆ ਦਾ ਭਲਾ ਕਰਨ ਵਾਲਾ ਹੈ। ਨਿੱਤ ਪੜ੍ਹਦੇ ਨਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਜੋ ਸਰਬੱਤ ਦਾ ਹੀ ਭਲਾ ਮੰਗਣ ਵਾਲੇ ਨੇ, ਸਰਬੱਤ ਦਾ ਭਲਾ ਕਰਨ ਵਾਲੇ ਨੇ ਗੁਰੂ ਨਾਨਕ ਸਾਹਿਬ ਜੀ, ਅਤੇ ਫਿਰ ਉਹਨਾਂ ਤੋਂ ਸ਼ਰਮ ਕਾਹਦੀ, ਗੁਰੂ ਤੋਂ ਸ਼ਰਮ ਕਾਹਦੀ। ਜਦੋਂ ਗੁਰੂ ਨੂੰ ਧਾਰਨ ਹੀ ਕਰ ਲਿਆ ਤਾਂ ਫਿਰ ਹੁਣ ਗੁਰੂ ਵਾਲੇ ਬਣ ਗਏ ਹੈ ਨਾ, ਅਤੇ ਫਿਰ ਗੁਰੂ ਵਾਲੇ ਬਣ ਕੇ ਹੀ ਮਹਾਰਾਜ ਕਹਿੰਦੇ ਰਹੋ। ਤੋ ਜਿਹੜੇ ਆਪਣੇ ਗੁਰੂ ਨੂੰ ਲੁਕੋ ਕੇ ਰੱਖਦੇ ਹੈ, ਨਹੀਂ ਦੱਸਦੇ, ਮਹਾਰਾਜ ਕਹਿੰਦੇ ਉਹ ਨਰ ਬੜੇ ਬੁਰੇ ਹਨ। ਹਰ ਜੀਓ ਤਨ ਕਾ ਦਰਸ਼ਨ ਨਾ ਕਰੋ। ਕਈ ਲੋਕ ਸੰਗਤ ਜੀ ਆਪਣੇ ਗੁਰੂ ਨੂੰ ਪਾਸੇ ਰੱਖ ਕੇ ਤੇ ਆਪਣੀ ਵਡਿਆਈ ਵਾਸਤੇ ਫਿਰ ਆਪਣੇ ਆਪ ਹੀ ਗੁਰੂ ਬਣ ਜਾਂਦੇ ਨੇ। ਮਹਾਰਾਜ ਕਹਿੰਦੇ ਉਹ ਵੀ ਮਨੁੱਖ ਬੜੇ ਬੁਰੇ ਹਨ। ਹਰ ਜੀਓ ਤਿਨ ਕਾ ਦਰਸ਼ਨ ਨਾ ਕਰੋ। ਹੇ ਹਰੀ ਪ੍ਰਮਾਤਮਾ ਜੀ ਕਿਰਪਾ ਕਰੋ, ਮੈਂ ਉਹਨਾਂ ਦਾ ਦਰਸ਼ਨ ਨਾ ਕਰ ਸਕਾਂ। ਐਸੀ ਕਿਰਪਾ ਕਰ ਮੈਨੂੰ ਇਹੋ ਜਿਹੇ ਬੰਦਿਆਂ ਦੇ ਸਾਹਮਣੇ ਹੀ ਨਾ ਜਾਣਾ ਪਵੇ। ਕਿਉਂ ਨਾ ਜਾਣਾ ਪਵੇ? ਪਾਪਿਸ਼ਟ ਹਤਿਆਰੀ। ਕਿਉਂਕਿ ਉਹ ਤਾਂ ਮਹਾਰਾਜ ਪਾਪ ਇਸ਼ਟ ਪਾਪਾਂ ਦੇ ਨਾਲ ਹੀ ਪਿਆਰ ਕਰਨ ਵਾਲੇ ਨੇ। ਹਤਿਆਰੀ ਉਹ ਤਾਂ ਹੱਤਿਆ ਕਰਨ ਵਾਲੇ ਹਨ। ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹੋ ਜਿਹੇ ਲੋਕਾਂ ਦੀ ਮੈਨੂੰ ਕੁਸੰਗਤ ਨਾ ਹੀ ਪ੍ਰਾਪਤ ਹੋਵੇ। ਓਹੇ ਘਰ ਘਰ ਫਿਰ ਹੈ ਕੁਸ਼ੁੱਧ ਮਨ। ਮਹਾਰਾਜ ਕਹਿੰਦੇ ਉਹ ਅਪਵਿੱਤਰ ਮਨ ਵਾਲੇ ਪੁਰਖ ਘਰਾਂ ਘਰਾਂ ਵਿੱਚ ਮੁੜ ਕੇ ਫਿਰਦੇ ਰਹਿੰਦੇ ਹਨ, ਜਾਂ ਘਰਾਂ ਘਰਾਂ ਭਾਵ ਜੂਨਾਂ ਦੇ ਵਿੱਚ ਧੱਕੇ ਖਾਂਦੇ ਫਿਰਦੇ ਐ। ਜੋ ਧਰਕਟ ਨਾਰੀ। ਉਦਾਹਰਨ ਦਿੰਦੇ ਮਹਾਰਾਜ ਕਹਿੰਦੇ ਜਿਵੇਂ ਧਰਕਟ ਨਾਮ ਵਿਭਚਾਰਨ ਦਾ, ਜਿਵੇਂ ਵਿਭਚਾਰਨ ਜਿਹੜੀ ਇਸਤਰੀ ਹੈ ਉਹ ਪਰਾਏ ਘਰਾਂ ਦੇ ਵਿੱਚ ਫਿਰਦੀ ਰਹਿੰਦੀ ਹੈ। ਵਡਭਾਗੀ ਸੰਗਤ ਮਿਲੇ। ਜਿਹੜਾ ਕੋਈ ਵੱਡੇ ਭਾਗਾਂ ਵਾਲਾ ਸੰਗਤ ਜੀ, ਮਹਾਰਾਜ ਕਹਿੰਦੇ ਹੇ ਮੇਰੇ ਪਰਮੇਸ਼ਰ, ਕੋਈ ਜਿਹੜਾ ਵੱਡੇ ਭਾਗਾਂ ਵਾਲਾ ਉਹਦੀ ਮੈਨੂੰ ਸੰਗਤ ਮਿਲ ਜਾਵੇ। ਗੁਰਮੁਖ ਸਵਾਰੀ। ਆਓ ਗੁਰਮੁਖਾਂ ਦੀ ਸੰਗਤ ਮਿਲੇ ਤੇ ਉਹ ਮੇਰੇ ਜੀਵਨ ਨੂੰ ਸਵਾਰਨ ਵਾਲੀ ਹੈ। ਜਾਂ ਜਿਹੜੇ ਵੱਡੇ ਭਾਗਾਂ ਵਾਲੇ ਪੁਰਖ ਗੁਰੂ ਦੀ ਸੰਗਤ ਵਿੱਚ ਮਿਲਦੇ ਨੇ, ਉਹਨਾਂ ਗੁਰਮੁਖਾਂ ਦੀ ਭਾਵ ਭਗਤੀ ਨਾਲ ਪਰਮੇਸ਼ਰ ਨੇ ਬਿਰਤੀ ਸਵਾਰ ਦਿੱਤੀ ਹੈ। ਹਰ ਮਿਲਹੁ ਸਤਿਗੁਰ ਦਇਆ ਕਰ। ਇਸ ਕਰਕੇ ਹੇ ਮੇਰੇ ਪਰਮੇਸ਼ਰ ਜੀ, ਤੁਸੀਂ ਦਇਆ ਮਿਹਰ ਕਰਕੇ ਮੈਨੂੰ ਸੱਚਾ ਗੁਰੂ, ਸੱਚੇ ਗੁਰੂ ਦੇ ਨਾਲ ਮਿਲਾ ਦਿਓ। ਗੁਰ ਕਾ ਬਲਿਹਾਰੀ। ਮੈਂ ਆਪਣੇ ਗੁਰੂ ਤੋਂ ਸਦਾ ਹੀ ਬਲਿਹਾਰ ਕੁਰਬਾਨ ਜਾਣਾ ਕਰਾਂ। ਐਸਾ ਸੰਗਤ ਜੀ ਮਹਾਨ ਉਪਦੇਸ਼ ਸ੍ਰੀ ਗੁਰੂ ਅਮਰਦਾਸ ਸਾਹਿਬ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਇਹ ਸੋਧ ਰਾਗ ਦੀ ਵਾਰ ਦੀ ਬਾਣੀ ਸੰਗਤ ਦੀ ਚੱਲ ਰਹੀ ਹੈ। ਮਹਾਰਾਜ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ 'ਚ ਵਸੇ, ਆਪਾਂ ਸੁਣ ਕੇ ਮੰਨ ਕੇ ਕਮਾਈਏ, ਜਿਹਦੇ ਕਰਕੇ ਸਾਡਾ ਲੋਕ ਸੁਖੀਆ ਅਤੇ ਪ੍ਰਲੋਕ ਸਹਿਲਾ ਹੋਵੇ। ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਡਭਾਗੀ ਸੰਗਤ ਮਿਲੇ,
ਗੁਰਮੁਖ ਸਵਾਰੀ ਹਰ ਮਿਲੋ ਸਤਿਗੁਰ ਦਇਆਕਾਰ ਗੁਰ ਕਾ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।